श्री गुरु नानक पाद पंकज बंदन पाद पंकज बंदना सिमरो अंगद दुख निकंदना दुख निकंदना अमरदास गुर हृदय हृदय श्री गुरु रामदास गुण गावो श्री गुरु रामदास गुण गावो गुरु अर्जन विघ्नन के नाशक विघ्नन के नाशक गुरु हर गोबिंद शुभ मत पर शुभ मत पर गुरु हर राय नमो कर जोरी नमो कर जोरी गुरु हर कृष्ण मनाए मनाए तेग बहादुर परम कृपा परम कृपा गुरु गोबिंद सिंह विशाला गुरु गोबिंद सिंह विशाला तरों तरापुर पुन पुन सीसा जी पुन पुन सी सीसा बंदों बार बार जगदी बंदों बार बाहर जगदीसा श्री गुरु ग्रंथ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੇ ਕੱਲ ਦਿਆਂ ਦੀਵਾਨਾਂ ਦੇ ਅੰਦਰ ਇਹ ਕਥਾ ਸ਼ਰਵਣ ਕੀਤੀ ਸੀ। ਇੱਕ ਮਾਈ ਕਾਬਲ ਤੋਂ ਸ਼੍ਰੀ ਗੁਰੂ ਮਹਾਰਾਜ ਜੀ ਦੇ ਦਰ ਤੇ ਜੋ ਬਾਉਲੀ ਦੀ ਸੇਵਾ ਚੱਲਦੀ ਹੈ ਸ਼੍ਰੀ ਗੋਇੰਦਵਾਲ ਸਾਹਿਬ, ਉੱਥੇ ਰੋਜ਼ ਸੇਵਾ ਕਰਦੀ ਹੈ। ਪਰ ਸੇਵਾ ਦੇ ਨਾਲ ਨਾਲ ਕੁਝ ਵਿਚਿੱਤਰ ਜਿਹੇ ਕੋਤਕ ਉਹ ਕਰਦੀ ਹੈ। ਸਿੱਖ ਰੋਜ਼ ਉਸ ਨੂੰ ਵੇਖਦੇ ਨੇ ਜਿਵੇਂ ਬੱਚਿਆਂ ਨੂੰ ਪਾਲਣੇ ਵਿੱਚ ਖਿਡਾਇਆ ਜਾਂਦਾ ਹੈ, ਇਸ ਤਰੀਕੇ ਦੇ ਉਹ ਕੋਤਕ ਕਰਦੀ ਹੈ, ਨਾਲ ਨਾਲ ਸੇਵਾ ਵੀ ਕਰਦੀ ਹੈ। ਸਾਰੀ ਸੰਗਤ ਇਸ ਅਚਰਜ ਨੂੰ ਵੇਖ ਕੇ ਬਹੁਤ ਹੈਰਾਨ ਹੈ ਔਰ ਇਸ ਚੀਜ਼ ਦਾ ਹੱਲ ਲੈਣ ਦੇ ਲਈ, ਜਵਾਬ ਲੈਣ ਦੇ ਲਈ ਸੰਗਤ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਕੋਲ ਜਾਂਦੀ ਹੈ। ਆਓ ਹੁਣ ਗੁਰੂ ਸਾਹਿਬ ਜੀ ਕਿਵੇਂ ਉਹਨਾਂ ਨੂੰ ਜਵਾਬ ਦਿੰਦੇ ਹਨ, ਕਿਵੇਂ ਉਹਦੇ ਵਿੱਚ ਇੰਨੀ ਅਜ਼ਮਤ ਆਈ ਹੈ, ਇਹਦੇ ਬਾਰੇ ਸ਼੍ਰੀ ਗੁਰੂ ਮਹਾਰਾਜ ਜਵਾਬ ਦਿੰਦੇ ਨੇ। ਆਓ ਗੁਰੂ ਜੀ ਵੱਲੋਂ ਬਖਸ਼ੇ ਹੋਏ ਗੁਰੂ ਮੰਤਰ ਨਾਲ ਸਾਂਝ ਪਾਉਂਦੇ ਹੋਏ ਕਥਾ ਆਰੰਭ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। हे प्रभु जी, हे प्रभु जी आवत एक माई मिलत सपन मह कार कमाई। ਜਾ ਕੇ ਸਿੱਖ ਕਹਿੰਦੇ ਨੇ हे ਪ੍ਰਭु ਜੀ, ਇਹ ਗੁਰੂ ਮਹਾਰਾਜ ਇੱਕ ਮਾਈ ਰੋਜ਼ ਦੀ ਰੋਜ਼ ਸੇਵਾ ਕਰਨ ਦੇ ਲਈ ਆਉਂਦੀ ਹੈ। ਜਾਮਨ ਮਹਿ ਅਲੋਪ ਹੋਏ ਜਾਏ ਸਭ ਕੇ ਦੇਖਤ ਦੇਖਤ ਨਾ ਕਾਏ। ਪਰ ਰਾਤ ਨੂੰ ਅਲੋਪ ਹੋ ਜਾਂਦੀ ਹੈ, ਰਾਤ ਨੂੰ ਇੱਥੇ ਨਹੀਂ ਰਹਿੰਦੀ। ਸਾਰਿਆਂ ਦੇ ਵੇਖਦਿਆਂ ਵੇਖਦਿਆਂ ਫਿਰ ਉਹ ਕਿਤੇ ਵੀ ਨਹੀਂ ਦਿਸਦੀ ਹੈ। ਪ੍ਰਾਤ ਹੋਤ ਪ੍ਰਗਟ ਪੁਨ ਤੈਸੇ ਕਰਤ ਕਾਰ ਸਭ ਸੀਖਨ ਜੈਸੇ। ਪਰ ਸਵੇਰ ਹੁੰਦਿਆਂ ਫਿਰ ਉਹ ਸੇਵਾ ਕਰਦੀ ਹੈ।
ਸਵੇਰ ਹੁੰਦਿਆਂ ਹੁੰਦਿਆਂ ਜਿਵੇਂ ਦੂਜੇ ਸਿੱਖ ਸੇਵਾ ਕਰਦੇ ਨੇ, ਸੰਗਤਾਂ ਸੇਵਾ ਕਰਦੀਆਂ ਹਨ, ਉਵੇਂ ਹੀ ਸ਼ਰਧਾ ਅਤੇ ਪਿਆਰ ਦੇ ਨਾਲ ਸੇਵਾ ਕਰਦੀ ਹੈ। ਏਕ ਚਰਜ ਪੁਨ ਕਰਤ ਸੋ ਔਰ, ਕਾਰ ਕਰਤ ਬੈਠਤ ਜਿਸ ਠੌਰ। ਮਹਾਰਾਜ ਇੱਕ ਕੌਤਕ ਹੋਰ ਵੀ ਉਹ ਕਰਦੀ ਹੈ, ਜਿਹੜੀ ਥਾਂ ਤੇ ਬੈਠ ਕੇ ਉਹ ਸੇਵਾ ਕਰਦੀ ਹੈ। ਹਾਥ ਪਸਾਰ ਸੰਕੋਚਤ ਫੇਰ, ਜਾਨਿਓ ਜਾਏ ਨਹਾਰੇ ਹੇਰ। ਮਹਾਰਾਜ ਆਪਣੇ ਹੱਥਾਂ ਨੂੰ ਫੈਲਾਉਂਦੀ ਹੈ, ਫਿਰ ਸੰਕੋਚ ਲੈਂਦੀ ਹੈ, ਜਿਵੇਂ ਬੱਚੇ ਨੂੰ ਫੜ ਕੇ ਖਿਡਾਈਦਾ। ਹੱਥ ਫੈਲਾਉਂਦੀ ਹੈ ਅਤੇ ਫਿਰ ਸੰਕੋਚ ਲੈਂਦੀ ਹੈ। ਬਹੁਤ ਦਿਵਸ ਕੇ ਦੇਖਤ ਰਹਿ, ਆਜ ਬੂਝਬੋ ਤੁਮ ਸੋਚ ਹੈ। ਬੜੇ ਸਮੇਂ ਤੋਂ ਮਹਾਰਾਜ ਅਸੀਂ ਇਸ ਕੋਤਕ ਨੂੰ ਵੇਖ ਰਹੇ ਸੀ, ਪਰ ਅੱਜ ਤੇ ਸਾਡੇ ਮਨ ਵਿੱਚ ਹੀ ਆ ਗਿਆ, ਕਿਉਂ ਨਾ ਗੁਰੂ ਨੂੰ ਪੁੱਛ ਹੀ ਲਈਏ। ਕਿਉਂਕਿ ਸਾਧ ਸੰਗਤ ਇਹ ਉਦੋਂ ਦੀ ਗੱਲ ਨਹੀਂ, ਸਿਰਫ ਉਦੋਂ ਹੀ ਐਸੇ ਕੋਤਕ ਵਰਤਦੇ ਨੇ, ਅੱਜ ਵੀ ਹਨ। ਪਰ ਜਿਵੇਂ ਇੱਥੇ ਐਸੇ ਇੰਨੀਆਂ ਅਵਸਥਾਵਾਂ ਤੇ ਪਹੁੰਚੇ ਮਨੁੱਖ ਘੱਟ ਨੇ, ਤਾਂ ਕਰਕੇ ਸਾਨੂੰ ਇਵੇਂ ਲੱਗਦਾ ਹੈ ਸ਼ਾਇਦ ਐਸੇ ਮਨੁੱਖ ਐਸੇ ਕੋਤਕ ਨਹੀਂ ਵਰਤ ਸਕਦੇ। ਜਿਵੇਂ ਹੁਣ ਕੋਹਿਨੂਰ ਇੱਕ ਹੀ ਹੈ ਦੁਨੀਆ ਵਿੱਚ, ਜਿਨ੍ਹਾਂ ਨਹੀਂ ਵੇਖਿਆ ਉਹਨਾਂ ਵਾਸਤੇ ਤੇ ਕੋਹਿਨੂਰ ਨਾਮ ਹੀ ਹੈ ਹੀ ਨਹੀਂ। ਐਵੇਂ ਐਸੀਆਂ ਅਵਸਥਾਵਾਂ ਤੇ ਪਹੁੰਚੇ ਹੋਏ ਮਨੁੱਖ ਐਸੀ ਕਾਰ ਕਰ ਲੈਂਦੇ ਨੇ, ਉਹਨਾਂ ਦੀ ਜੀਭ ਦੇ ਅੰਦਰ ਸੱਤਿਆ ਹੁੰਦੀ ਹੈ, ਉਹਨਾਂ ਦੇ ਨੇਤਰਾਂ ਵਿੱਚ ਸੱਤਿਆ ਹੁੰਦੀ ਹੈ, ਜੋ ਵੀ ਉਹ ਚਾਹੁੰਦੇ ਨੇ ਉਹ ਕਰ ਸਕਦੇ ਨੇ। ਕਿਉਂਕਿ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਜੇ ਪਰਮਾਤਮਾ ਸਾਰਾ ਕੁਝ ਕਰ ਸਕਦਾ ਹੈ, ਫਿਰ ਉਹਦੇ ਪਿਆਰ 'ਚ ਜਿਹੜੇ ਰੰਗੇ ਗਏ ਭਗਤ ਉਹ ਵੀ ਸਭ ਕੁਝ ਕਰ ਸਕਦੇ ਨੇ। ਪਰ ਹਾਂ ਇੱਕ ਸ਼ਰਤ ਹੈ, ਐਸੇ ਹੈਣ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ। ਐਸੇ ਪੁਰਸ਼ ਐਸੇ ਮਨੁੱਖ ਵਿਰਲੇ ਨੇ, ਬਹੁਤੀ ਦੁਨੀਆ ਐਸਿਆਂ ਮਨੁੱਖਾਂ ਦੀ ਨਹੀਂ ਹੈ। ਕੋ ਹੈ ਇਹੋ ਕਿਹ ਪੁਰ ਘਰ ਬਸੈ, ਕਿਮ ਪਹੁੰਚੈ ਅਰ ਕਿਮ ਨਹਿ ਦਿਸੈ। ਮਹਾਰਾਜ ਇਹ ਕੌਣ ਹੈ? ਸਿੱਖਾਂ ਦਾ ਸਵਾਲ ਅਚਰਜ ਹੈ। ਤੇ ਕਿਹੜੇ ਸ਼ਹਿਰ ਵਿੱਚ ਇਹ ਵਾਸਾ ਕਰਦੀ ਹੈ? ਕਰੁਣਾ ਕਰੋ ਬਿਰਤੰਤ ਬਤਾਵੋ, ਸਭ ਸਿੱਖਿਆਨ ਮਨ ਭਰਮ ਮਿਟਾਵੋ। ਮਹਾਰਾਜ ਹੁਣ ਕਰੁਣਾ ਦੇ ਘਰ ਵਿੱਚ ਆਓ, ਦਇਆ ਦੇ ਘਰ ਵਿੱਚ ਆ ਕੇ ਸਾਡੇ ਸਿੱਖਾਂ ਦੇ ਅੰਦਰ ਜਿਨ੍ਹਾਂ ਦੇ ਮਨ ਵਿੱਚ ਇਹ ਭਰਮ ਪੈਦਾ ਹੋਇਆ ਹੈ, ਇਹ ਸ਼ੰਕਾ ਹੈ, ਇਹ ਬੀਬੀ ਕੀ ਕਰ ਰਹੀ ਹੈ, ਇਹਨੂੰ ਮਿਟਾਉਣਾ ਕਰੋ। ਸੁਣ ਸ੍ਰੀ ਅਮਰਦਾਸ ਤਿਨ ਸੰਗ, ਕਰਿਓ ਸੁਨਾਵਣ ਸਰਬ ਪ੍ਰਸੰਗ। ਗੁਰੂ ਅਮਰਦਾਸ ਜੀ ਨੇ ਉਹਨਾਂ ਸਿੱਖਾਂ ਤੋਂ ਸਾਰਾ ਪ੍ਰਸੰਗ ਸੁਣ ਲਿਆ, ਜੋ ਸਵਾਲ ਕਰ ਰਹੇ ਨੇ ਸਾਰੇ ਸਵਾਲ ਸੁਣ ਰਹੇ ਨੇ। ਹੁਣ ਗੁਰੂ ਸਾਹਿਬ ਜੀ ਉਹਨਾਂ ਨੂੰ ਉੱਤਰ ਦੇਣ ਲੱਗੇ ਹਨ। ਕਾਬਲ ਮਹਿ ਇੱਕ ਸਿੱਖ ਹੈ ਮੇਰੋ, ਤਿਸ ਕੀ ਇਹ ਤ੍ਰਿਐ ਪ੍ਰੇਮ ਕਨੇਰੋ। ਮਹਾਰਾਜ ਕਹਿੰਦੇ ਨੇ, ਕਾਬਲ ਦੇ ਵਿੱਚ ਸਾਡਾ ਇੱਕ ਸਿੱਖ ਰਹਿੰਦਾ ਹੈ। ਇਹ ਜਿਹੜੀ ਇਸਤਰੀ ਹੈ ਇਹ ਉਸ ਦੇ ਘਰ ਵਾਲੀ ਹੈ। ਪਤੀ ਵਰਤਾ ਵੱਡ ਭਾਗਣ ਭਲੀ, ਗੁਰ ਸੇਵਾ ਤੇ ਤਤ ਪਰ ਢੁਲੀ। ਮਹਾਰਾਜ ਕਹਿੰਦੇ ਇਹ ਬੜੇ ਭਾਗਾਂ ਵਾਲੀ ਇਸਤਰੀ ਹੈ ਔਰ ਬੜੇ ਚੰਗੇ ਕਰਮਾਂ ਵਾਲੀ ਹੈ, ਪਤੀ ਵਰਤਾ ਇਸਤਰੀ ਹੈ। ਇਹ ਆਪਣੇ ਪਤੀ ਦੇ ਦਰ ਤੇ ਆਪਣੇ ਪਤੀ ਦੀ ਸੇਵਾ ਕਰਦੀ ਹੈ, ਉਹ ਬੰਦਗੀ ਕਰਨ ਵਾਲੀ ਰੂਹ ਹੈ। ਤਾਂ ਕਰਕੇ ਆਪਾਂ ਕਈ ਵਾਰੀ ਕਹਿੰਦੇ ਹਾਂ, ਜੇ ਕੋਈ ਪੁਰਸ਼ ਬੰਦਗੀ ਕਰਦਾ ਹੈ ਔਰ ਬੀਬੀ ਉਹਦੀ ਸੇਵਾ ਕਰ ਰਹੀ ਹੈ, ਉਹਦੀ ਕਮਾਈ ਦਾ 30-40% ਤੇ ਉਹਨੂੰ ਜ਼ਰੂਰ ਮਿਲਦਾ ਹੀ ਮਿਲਦਾ। ਔਰ ਜੇ ਕਈ ਵਾਰੀ ਕੋਈ ਬੀਬੀ ਬੰਦਗੀ ਕਰਦੀ, ਪੁਰਸ਼ ਨਹੀਂ ਕਰਦਾ, ਉਹਦੀ ਹਿੱਸੇ ਦਾ ਉਹਨੂੰ ਮਿਲਦਾ, ਕਿਉਂਕਿ ਉਹ ਅਰਧਾਂਗਨੀ ਹੈ। ਐਵੇਂ ਕਈ ਵਾਰੀ ਆਪਾਂ ਸੋਚਦੇ ਹਾਂ ਕੋਈ ਪੁਰਸ਼ ਵਿਕਾਰੀ ਹੋ ਗਿਆ, ਮਾੜੇ ਕਰਮਾਂ ਵਿੱਚ ਪੈ ਗਿਆ, ਫਿਰ ਆਮ ਕਰਕੇ ਇਹ ਜੁਗਤੀ ਵਰਤੀ ਜਾਂਦੀ ਹੈ, ਬੀਬੀ ਨੂੰ ਕਿਹਾ ਜਾਂਦਾ ਉਹ ਤੇ ਪਾਠ ਨਹੀਂ ਕਰ ਸਕਦਾ, ਉਹ ਤੇ ਸੇਵਾ ਨਹੀਂ ਕਰ ਸਕਦਾ, ਉਹਨਾਂ ਦੇ ਹਿੱਸੇ ਦੀ ਤੁਸੀਂ ਕਰੋ।
ਉਹਨਾਂ ਦੇ ਹਿੱਸੇ ਦੀ ਬੰਦਗੀ ਤੁਸੀਂ ਕਰੋ, ਤੁਹਾਡੀ ਬੰਦਗੀ ਵੀ ਉਹਨਾਂ ਨੂੰ ਉਤਾਰ ਦੇਵੇਗੀ। ਤੁਹਾਡੀ ਬੰਦਗੀ ਦੀ ਕੀਤੀ ਹੋਈ ਅਰਦਾਸ ਵੀ ਉਹਦੇ ਭਲੇ ਵਿੱਚ ਹੋ ਜਾਏਗੀ। ਇਸ ਕਰਕੇ ਜਿਹੜਾ ਉਹ ਸਿੱਖ ਹੈ ਉਹ ਬੜੀ ਬੰਦਗੀ ਕਰਦਾ ਹੈ, ਉਹ ਨਾਲ ਨਾਲ ਇਹ ਜਿਹੜੀ ਬੀਬੀ ਇਹ ਵੀ ਬੰਦਗੀ ਕਰਦੀ ਹੈ। ਕੁਝ ਤੇ ਉਹਦੀ ਸੇਵਾ ਦਾ ਫਲ, ਕੁਝ ਆਪਣੀ ਬੰਦਗੀ ਦਾ ਫਲ। ਔਰ ਬੰਦਗੀ ਦਾ ਤੇ ਫਲ ਮਹਾਰਾਜ ਨੇ ਬਹੁਤ ਵੱਡਾ ਗਿਣਿਆ ਹੈ। ਔਰ ਸਾਧ ਸੰਗਤ, ਇਹ ਪਹਿਲੀ ਵਾਰੀ ਬਾਬਾ ਫਰੀਦ ਜੀ ਜਦੋਂ ਜੰਗਲ ਵਿੱਚ ਭਗਤੀ ਕਰ ਰਹੇ ਸਨ, ਰਿੱਧੀਆਂ ਸਿੱਧੀਆਂ ਉਹਨਾਂ ਕੋਲ ਆ ਗਈਆਂ। ਉਹ ਇੱਕ ਉਹਨਾਂ ਦੀ ਜਨਮ ਸਾਖੀ 'ਚ ਹੈ, ਉਹ ਆਪਣੇ ਖੂਹ ਦੇ ਕੋਲ ਆਏ ਕੋਲ ਪਾਣੀ ਪੀਣ ਦੇ ਲਈ। ਉੱਥੇ ਇੱਕ ਇਸਤਰੀ ਪਾਣੀ ਕੱਢਦੀ ਹੈ, ਸੁੱਟ ਦਿੰਦੀ ਹੈ। ਬਾਬਾ ਫਰੀਦ ਉਹਨੂੰ ਕਹਿੰਦੇ ਪਾਣੀ ਪਿਆ। ਉਹ ਫਿਰ ਪਾਣੀ ਕੱਢਦੀ, ਫਿਰ ਸੁੱਟ ਦਿੰਦੀ ਹੈ। ਉਹ ਕਹਿੰਦੇ ਨਹੀਂ ਪਾਣੀ ਪਿਆ। ਉਹ ਇਸਤਰੀ ਨੇ ਧਿਆਨ ਨਾ ਦਿੱਤਾ ਬਾਬੇ ਫਰੀਦ ਵੱਲ। ਜਦੋਂ ਸੁੱਟਦੀ ਗਈ, ਬਾਬਾ ਫਰੀਦ ਥੋੜਾ ਗੁੱਸੇ 'ਚ ਬੋਲੇ, ਕਹਿੰਦੇ ਤੂੰ ਬਾਹਰ ਸੁੱਟੀ ਜਾਂਦੀ ਹੈ, ਮਨੁੱਖਾਂ ਨੂੰ ਪਾਣੀ ਨਹੀਂ ਪਿਆ ਸਕਦੀ। ਉਹ ਕਹਿੰਦੀ ਹੈ ਜਿਹੜਾ ਤੂੰ ਇਹ ਗੁੱਸਾ ਹੈ ਇਹ ਚਿੜੀਆਂ ਤੇ ਕੱਢ ਸਕਦਾ ਹੈ, ਚਿੜੀਆਂ ਉੱਡ ਜਾਓ, ਚਿੜੀਆਂ ਮਰ ਜਾਓ, ਇਹ ਰਿੱਧੀਆਂ ਸਿੱਧੀਆਂ ਉਹਨਾਂ ਤੇ ਹੀ ਨੇ। ਕਹਿੰਦੇ ਤੂੰ ਕੀ ਕਰ ਰਹੀ ਹੈ? ਬਾਬਾ ਫਰੀਦ ਪਹਿਲਾਂ ਤੇ ਇਹ ਥੰਮਰ ਗਏ ਵੀ ਇਹਨੂੰ ਕਿਵੇਂ ਪਤਾ ਲੱਗ ਗਿਆ, ਕਿਉਂਕਿ ਪਹਿਲਾਂ ਜੰਗਲ ਵਿੱਚ ਸੀ, 12 ਸਾਲ ਭਗਤੀ ਕੀਤੀ, ਇੰਨੀ ਸ਼ਕਤੀ ਆ ਗਈ ਵੀ ਚਿੜੀਆਂ ਨੂੰ ਕਹਿੰਦੇ ਉੱਡ ਜਾਓ ਉੱਡ ਜਾਂਦੀਆਂ ਸਨ, ਮਰ ਜਾਓ ਮਰ ਜਾਂਦੀਆਂ। ਇੰਨੀ ਰਿੱਧੀ ਸਿੱਧੀ ਉਹਨਾਂ ਕੋਲ ਆ ਗਈ। ਕਹਿੰਦੇ ਇਹ ਉੱਥੋਂ ਤਾਂ ਹੀ ਚੱਲਣੀ ਹੈ। ਕਹਿੰਦੇ ਇਹਨੂੰ ਕਿਵੇਂ ਪਤਾ ਹੈ? ਫਿਰ ਕਹਿੰਦੇ ਤੂੰ ਪਾਣੀ ਕਿਉਂ ਅਜਾਈ ਸੁੱਟ ਰਹੀ? ਕਹਿੰਦੇ ਅਜਾਈ ਨਹੀਂ ਸੁੱਟ ਰਹੀ, ਮੈਂ ਮੇਰੀ ਭੈਣ ਦਾ ਘਰ ਹੈ ਲਾਹੌਰ, ਉੱਥੇ ਅੱਗ ਲੱਗੀ ਹੋਈ ਹੈ, ਮੈਂ ਇੱਥੋਂ ਪਾਣੀ ਸੁੱਟ ਕੇ ਅੱਗ ਬੁਝਾ ਰਹੀ ਹਾਂ। ਬਾਬਾ ਫਰੀਦ ਉਹਨੂੰ ਪੁੱਛਦਾ ਹੈ ਤੇਰੇ ਕੋਲ ਇੰਨੀ ਵੱਡੀ ਪਾਵਰ ਕਿੱਥੋਂ ਆ ਗਈ? ਮੈਨੂੰ 12 ਸਾਲ ਲੱਗੇ ਨੇ ਇਹ ਅਜ਼ਮਤ ਪ੍ਰਾਪਤ ਕਰਨ, ਤੈਨੂੰ ਇੰਨੀ ਅਜ਼ਮਤ? ਕਹਿੰਦੇ ਮੈਂ ਗ੍ਰਸਤੀ ਹਾਂ, ਆਪਣੇ ਗ੍ਰਸਤ ਧਰਮ ਦਾ ਪਾਲਨ ਕਰਦਿਆਂ, ਆਪਣੇ ਪਰਿਵਾਰ ਵਿੱਚ ਰਹਿੰਦਿਆਂ ਬੰਦਗੀ ਕੀਤੀ, ਸੇਵਾ ਕੀਤੀ ਘਰਦਿਆਂ ਦੀ। ਇਹ ਘਰਦਿਆਂ ਦੀ ਸੇਵਾ ਦਾ ਸਭ ਤੋਂ ਵੱਡਾ ਪੁੰਨ ਮੈਨੂੰ ਮਿਲ ਗਿਆ। ਪਰਿਵਾਰ ਵਿੱਚ ਰਹਿੰਦਿਆਂ ਵੀ ਮਨੁੱਖ ਵੱਡੇ ਵੱਡੇ ਬੰਦਗੀ ਵਾਲੇ ਬਣੇ। ਜਿੰਨੇ ਗੁਰੂ ਸਾਹਿਬਾਨ ਸਨ ਸਾਰੇ ਗ੍ਰਸਤੀ ਸਨ। ਜਿੰਨੇ ਵੱਡੇ ਵੱਡੇ ਸਿੱਖਾਂ ਦੀਆਂ ਗਾਥਾਵਾਂ ਅਸੀਂ ਆ ਇਤਿਹਾਸ 'ਚ ਸੁਣ ਰਹੇ ਹਾਂ, ਸਾਰੇ ਗ੍ਰਸਤੀ ਨੇ। ਇਹ ਨਹੀਂ ਹੈ ਵੀ ਅੱਜ ਜਿਹੜਾ ਸੰਨਿਆਸ ਹੁੰਦਾ ਹੈ ਇਹ ਜੀਵਨ ਵਿਰੋਧੀ ਨਹੀਂ ਹੁੰਦਾ। ਸਾਡੇ ਦੇਸ਼ ਦੇ ਵਿੱਚ ਜਿਨ੍ਹਾਂ ਰਿਸ਼ੀਆਂ ਨੇ ਵੱਡੇ ਵੱਡੇ ਗ੍ਰੰਥ ਲਿਖੇ ਨੇ, ਸਾਰੇ ਸੰਨਿਆਸੀ ਸਨ। ਸੰਨਿਆਸੀ ਦਾ ਮਤਲਬ ਇਹ ਨਹੀਂ ਉਹਨਾਂ ਦੇ ਪਰਿਵਾਰ ਨਹੀਂ ਸਨ, ਪਰਿਵਾਰ ਵੀ ਸਨ, ਬੱਚਿਆਂ ਵਿੱਚ ਵੀ ਰਹਿੰਦੇ ਸੀ, ਫਿਰ ਵੀ ਸੰਨਿਆਸੀ ਸਨ। ਔਰ ਇਸੇ ਸੰਨਿਆਸ ਦੀ ਗੱਲ ਗੁਰੂ ਨਾਨਕ ਨੇ ਕੀਤੀ। ਮਹਾਰਾਜ ਇਹ ਨਹੀਂ ਕਹਿੰਦੇ ਘਰ ਛੱਡ ਕੇ ਜਾ ਤੇ ਬੰਦਗੀ ਹੋਏਗੀ, ਨਹੀਂ। ਇੱਕ ਮਨੁੱਖ ਆਪਣੀ ਦੁਕਾਨ ਤੇ ਬੈਠਾ, ਉੱਥੇ ਬੈਠੇ ਹੀ ਬੰਦਗੀ ਹੈ। ਉੱਥੇ ਬੈਠਿਆਂ ਰਸਨਾ 'ਚੋਂ ਵਾਹਿਗੁਰੂ ਵਾਹਿਗੁਰੂ ਕਰੀ ਜਾਏ, 8 ਘੰਟੇ ਬੈਠਾ, ਉਹਦੇ ਵਾਸਤੇ ਬੰਦਗੀ ਹੋਰ ਵੀ ਸੌਖੀ ਹੋਗੀ। ਨਾਲੇ ਤੇ ਪ੍ਰਭਾਵ ਬਣੇਗਾ, ਬੰਦਗੀ ਕਰੇਗਾ ਉਹੋ ਜਿਹਾ ਔਰਾ ਉਹਦੀ ਦੁਕਾਨ 'ਚ ਬਣੇਗਾ, ਉਹਦੇ ਬਿਜ਼ਨਸ 'ਚ ਵਾਧਾ ਹੋਏਗਾ, ਕਿਉਂਕਿ ਸਾਰਿਆਂ ਦੇ ਘਟਾਂ ਵਿੱਚ ਉਹ ਰੱਬ ਹੀ ਹੈ। ਫਿਰ ਜਿਉਂ ਜਿਉਂ ਬੰਦਗੀ ਵੱਧਦੀ ਹੈ, ਪਰਮਾਤਮਾ ਉਹਨਾਂ ਲੋਕਾਂ ਨੂੰ ਪ੍ਰੇਰਦਾ ਹੈ, ਭਾਈ ਉਹਦੇ ਕੋਲ ਜਾਓ, ਅੰਦਰ ਤੇ ਉਹ ਹੀ ਬੈਠਾ ਹੈ। ਬਾਣੀ ਕਹਿੰਦੀ ਉਦਮ ਮਤ ਪ੍ਰਭ ਅੰਤਰਜਾਮੀ, ਜਿਉਂ ਪ੍ਰੇਰੇ ਤਿਉਂ ਕਰਨਾ। ਜਿਉਂ ਜਿਉਂ ਮਨੁੱਖ ਬੰਦਗੀ ਕਰਦਾ ਹੈ ਸਾਧ ਸੰਗਤ, ਫਿਰ ਪਰਮਾਤਮਾ ਆਪਣੇ ਭਗਤ ਦਾ ਖਿਆਲ ਰੱਖਦਾ ਹੈ, ਲੋਕਾਂ ਨੂੰ ਫਿਰ ਉਹਦੇ ਵੱਲ ਹੀ ਪ੍ਰੇਰਨਾ ਸ਼ੁਰੂ ਕਰਦਾ। ਪ੍ਰੇਰਨਾ ਤੇ ਉਹਨੇ ਹੀ ਹੈ, ਕਿਉਂਕਿ ਬਾਣੀ ਕਹਿੰਦੀ ਪ੍ਰਭ ਡੋਰੀ ਹੱਥ ਤੁਮਾਰੇ, ਡੋਰੀ ਤੇ ਉਹਦੇ ਹੱਥ ਵਿੱਚ ਹੀ ਹੈ। ਇਸ ਕਰਕੇ ਮਨੁੱਖ ਗ੍ਰਸਤ ਦੇ ਵਿੱਚ ਰਹਿੰਦਿਆਂ ਵੀ, ਪਰ ਸਾਡੇ ਦੇਸ਼ ਜਦੋਂ ਬੁੱਧ ਦਾ ਧਰਮ ਆਇਆ, ਮਹਾਵੀਰ ਆਏ, ਉਹਨਾਂ ਉਸ ਸਮੇਂ ਆ ਕੇ ਫਿਰ ਸੰਨਿਆਸ ਦੀ ਦੂਜੀ ਪ੍ਰਥਾ ਚਲਾਈ। ਉਹ ਵੀ ਉਸ ਸਮੇਂ ਠੀਕ ਸੀ। ਇੱਕ ਇੱਕ ਘਰ ਵਿੱਚ 20-20 ਲੋਕ ਹੁੰਦੇ ਸਨ, 20-20 ਬੱਚੇ ਵੀ ਹੁੰਦੇ ਸਨ, 18-18 ਬੱਚੇ। ਜੇ ਉਹਨਾਂ ਵਿੱਚ 2 ਸੰਨਿਆਸੀ ਵੀ ਹੋ ਗਏ ਤਾਂ ਕੋਈ ਵੱਡੀ ਗੱਲ ਨਹੀਂ ਸੀ, ਉਹਨਾਂ ਨੂੰ ਲੋਕ ਪਾਲ ਲੈਂਦੇ ਸਨ। ਪਹਿਲਾਂ ਤੇ ਲੋਕ ਸੁੱਖਾਂ ਸੁੱਖਦੇ ਸੀ, ਕੋਈ ਸੰਨਿਆਸੀ ਬਣੇ ਸਾਡੇ ਘਰ। ਐਸਾ ਵੀ ਸਮਾਂ ਇਸੇ ਦੇਸ਼ ਵਿੱਚ ਆਇਆ। ਪਰ ਸਾਧ ਸੰਗਤ ਕੁਝ ਸਮਾਂ ਪਾ ਕੇ ਜਿਹੜੀਆਂ ਰੀਤਾਂ ਨੇ ਨਾ, ਉਹ ਗਲਤ ਰੂਪ ਲੈ ਲੈਂਦੀਆਂ ਨੇ ਸਮਾਂ ਪਾ ਕੇ। ਔਰ ਇਹ ਹਰੇਕ ਥਾਂ ਹੀ ਹੁੰਦਾ ਹੈ। ਕੋਈ ਵੀ ਪਰੰਪਰਾ ਅੱਜ ਚਲਾਓਗੇ, ਥੋੜੇ ਸਮੇਂ ਬਾਅਦ ਉਹਦਾ ਰੂਪ ਵਿਗੜ ਜਾਂਦਾ ਹੈ। ਔਰ ਇਹ ਹਰੇਕ ਧਰਮ ਨਾਲ ਹੀ ਹੁੰਦਾ ਹੈ, ਹਰੇਕ ਪਰਿਵਾਰ ਵਿੱਚ ਹੁੰਦਾ ਹੈ, ਹਰ ਥਾਂ ਹੀ ਹੁੰਦਾ ਹੈ। ਸੋ ਸੰਨਿਆਸ ਦੀ ਪਰੰਪਰਾ ਬਦਲ ਗਈ। ਫਿਰ ਸੰਨਿਆਸੀ ਉਹਨੂੰ ਮੰਨਿਆ ਜਾਣ ਲੱਗ ਪਿਆ ਜਿਹਨੇ ਪਰਿਵਾਰ ਛੱਡ ਦਿੱਤਾ ਹੈ।
ਹੌਲੀ ਹੌਲੀ ਕਹਿਣ ਲੱਗੇ ਸੰਨਿਆਸੀ ਤੇ ਉਹੀ ਹੈ ਜਿਹਨੇ ਪਰਿਵਾਰ ਛੱਡ ਦਿੱਤਾ। ਪਰ ਗੁਰੂ ਨਾਨਕ ਸਾਹਿਬ ਨੇ ਫਿਰ ਕਿਹਾ ਨਹੀਂ, ਜੋਗੀਆਂ ਨੂੰ ਉੱਥੇ ਜਾ ਕੇ ਕਿਹਾ ਜੋਗੀਓ ਇਹ ਸੰਨਿਆਸ ਨਹੀਂ ਹੈ, ਆਪਣੇ ਪਰਿਵਾਰ ਵਿੱਚ ਰਹੋ, ਪਰਿਵਾਰ ਵਿੱਚ ਰਹਿ ਕੇ ਬੰਦਗੀ ਕਰੋ, ਇਹੀ ਵੱਡਾ ਸੰਨਿਆਸ। ਗ੍ਰਸਥ ਦੇ ਵਿੱਚ ਰਹਿੰਦੇ ਆ ਇਹ ਬੀਬੀ ਅਜਮਤਾਂ ਦੀ ਭਾਰੀ ਹੋ ਗਈ, ਬਹੁਤ ਵੱਡੀਆਂ ਅਜਮਤਾਂ ਇਹਦੇ ਕੋਲ ਆ ਗਈਆਂ ਹਨ। ਪਤ ਕੋ ਪਰਮੇਸ਼ਵਰ ਕਰ ਜਾਣੈ, ਆਇਸ ਤਿਸ ਕੀ ਸਿਰ ਪਰ ਠਾਨੈ। ਆਪਣੇ ਪਤੀ ਨੂੰ ਹੀ ਪਰਮੇਸ਼ਰ ਕਰਕੇ ਜਾਣਦੀ ਹੈ, ਉਹਦੀ ਆਗਿਆ ਮੰਨਦੀ ਹੈ, ਉਹਦੀ ਆਗਿਆ ਦੇ ਵਿੱਚ ਹੀ ਰਹਿੰਦੀ ਹੈ। ਨਹਿ ਪਰ ਪੁਰਸ ਪੁਰੈ ਮਨ ਮਾਹੀ, ਸਦਾ ਪ੍ਰੇਮ ਨਿਜ ਪਤ ਕੇ ਮਾਹੀ। ਹੋਰ ਕਿਸੇ ਦਾ ਵੀ ਸੰਕਲਪ ਵਿਕਲਪ ਉਹਦੇ ਮਨ ਵਿੱਚ ਨਹੀਂ ਆਉਂਦਾ, ਹਮੇਸ਼ਾ ਆਪਣੇ ਪਰਿਵਾਰ ਵਿੱਚ ਹੀ ਬੰਦਗੀ। ਕਿਉਂਕਿ ਸਾਧ ਸੰਗਤ ਅਗਰ ਮਨੁੱਖ ਇੱਕ ਚੀਜ਼ ਤੇ ਇਕਾਗਰ ਹੋ ਗਿਆ ਨਾ, ਅਸਲ ਦੇ ਵਿੱਚ ਕਹਾਣੀ ਇਕਾਗਰਤਾ ਦੀ ਹੈ, ਇੱਕ ਚੀਜ਼ ਤੇ ਇਕਾਗਰ ਹੋ ਜਾਏ। ਹੁਣ ਕਈ ਲੋਕ ਐਸੇ ਨੇ ਕਿਸੇ ਚੀਜ਼ ਦੀ ਪ੍ਰਤਿਮਾ ਬਣਾ ਕੇ ਉਹਦੇ ਤੇ ਇਕਾਗਰ ਹੋ ਜਾਂਦੇ ਨੇ। ਸਿਰਫ ਇਕਾਗਰ ਹੋਣ ਦੀ ਲੋੜ ਹੈ, ਗਿਆਨ ਆਪਣੇ ਆਪ ਹੀ ਆ ਜਾਂਦਾ ਹੈ। ਕੰਮ ਲੋੜ ਹੈ ਇਕਾਗਰਤਾ ਦੀ, ਸਾਰੀਆਂ ਰਿੱਧੀਆਂ ਸਿੱਧੀਆਂ ਬਰਕਤਾਂ ਸਾਰੀਆਂ ਇਕਾਗਰਤਾ ਵਿੱਚ ਹੀ ਨੇ। ਜਿੰਨਾ ਵੀ ਨਾਮ ਜਪਿਆ ਜਾਂਦਾ ਹੈ, ਬੰਦਗੀ ਕੀਤੀ ਜਾਂਦੀ, ਇਕਾਗਰ ਹੋਣ ਵਾਸਤੇ, ਕਿਉਂਕਿ ਇਕਾਗਰਤਾ ਦੇ ਵਿੱਚ ਪਰਮਾਤਮਾ ਹੈ। ਇੱਕ ਉਦਾਹਰਣ ਹੁੰਦਾ ਹੈ, ਦਰੋਣਾਚਾਰਿਆ ਦੀ ਪ੍ਰਤਿਮਾ ਬਣਾਈ ਹੈ, ਏਕਲਵਿਆ ਨਾਂ ਦੇ ਇੱਕ ਸ਼ਿਸ਼ਯ ਹੈ, ਭੀਲ ਜਾਤੀ ਦਾ ਹੈ। ਰੋਜ਼ ਦਰੋਣਾਚਾਰਿਆ ਨੂੰ ਵੇਖਦਾ ਹੈ, ਰੋਜ਼ ਉਹ ਤੀਰ ਚਲਾਉਣਾ, ਕਿਉਂਕਿ ਭੀਲ ਸੀ ਤੇ ਭੀਲਾਂ ਨੂੰ ਤਾਂ ਸ਼ਸਤਰ ਵਿਦਿਆ ਦਾ ਅਧਿਕਾਰ ਨਹੀਂ ਸੀ, ਪਰ ਉਹ ਕਹਿੰਦਾ ਮੈਂ ਧਨੁਸ਼ਧਾਰੀ ਬਣਨਾ ਹੈ। ਰੋਜ਼ ਰੋਜ਼ ਬੰਦਗੀ, ਉੱਥੇ ਸਾਹਮਣੇ ਉਹਦੀ ਫੋਟੋ ਹੈ, ਤੀਰ ਚਲਾਉਣੇ ਸਿੱਖਦਾ ਹੈ ਦਰੋਣਾਚਾਰਿਆ ਦੀ ਫੋਟੋ ਬਣਾ ਕੇ। ਇੰਨੀ ਇਕਾਗਰਤਾ ਉਹਨੂੰ ਗੁਰੂ ਮੰਨ ਕੇ ਲੱਗਿਆ, ਅਰਜੁਨ ਤੋਂ ਹੀ ਵੱਡਾ ਧਨੁਸ਼ਧਾਰੀ ਏਕਲਵਿਆ ਬਣ ਗਿਆ। ਉਹ ਵੱਖਰੀ ਗੱਲ ਹੈ, ਜਦੋਂ ਦਰੋਣਾਚਾਰਿਆ ਦੇ ਸਾਹਮਣੇ ਉਹ ਤੁਰਿਆ ਤੇ ਰੌਲਾ ਪੈ ਗਿਆ ਵੀ ਏਡਾ ਵੱਡਾ ਧਨੁਸ਼ਧਾਰੀ ਕਿਹਦਾ ਚੇਲਾ ਹੈ? ਕਹਿੰਦੇ ਮੈਂ ਦਰੋਣਾਚਾਰਿਆ ਦਾ। ਦਰੋਣਾਚਾਰਿਆ ਨੂੰ ਲੋਕੀ ਪੁੱਛਦੇ ਨੇ ਤੁਸੀਂ ਇਹਨੂੰ ਸ਼ਸਤਰ ਵਿਦਿਆ ਦੇ ਦਿੱਤੀ? ਮੈਂ ਤਾਂ ਨਹੀਂ ਦਿੱਤੀ। ਕਹਿੰਦੇ ਤੂੰ ਕੀ ਕਰ ਸਕਦਾ ਹੈ? ਉਹ ਕਹਿੰਦਾ ਜਿੰਨੇ ਇਹ ਰੁੱਖ ਤੇ ਪੱਤੇ ਲੱਗੇ ਨੇ, ਇੱਕ ਤੀਰ 'ਚ ਮੈਂ ਸਾਰੇ ਪਰੋ ਸਕਦਾ। ਕਹਿੰਦੇ ਪਰੋ ਕੇ ਵਿਖਾ। ਇੱਕ ਜਿਹੜਾ ਅਰਜੁਨ ਨੇ ਇੱਕ ਪੱਤਾ ਆਪਣੇ ਪੈਰ ਦੇ ਥੱਲੇ ਰੱਖ ਲਿਆ, ਤੀਰ ਉਹਨੇ ਚਲਾਇਆ, ਸਾਰਿਆਂ ਪੱਤਿਆਂ ਦੇ ਵਿੱਚੋਂ ਨਿਕਲ ਕੇ ਆ ਕੇ ਅਰਜੁਨ ਦੇ ਪੈਰ ਤੇ ਵੱਜਾ। ਕਹਿੰਦੇ ਇਹ ਕੀ ਹੋਇਆ? ਉਹ ਕਹਿੰਦਾ ਪੈਰ ਚੁੱਕ ਇੱਕ ਪੱਤਾ ਤੇਰੇ ਪੈਰ ਦੇ ਥੱਲੇ ਵੀ ਹੈ। ਉਹ ਸਾਰੇ ਪੱਤੇ ਗਏ ਨੇ। ਸਿਰਫ ਇੱਕ ਇਕਾਗਰਤਾ ਦੇ ਨਾਲ ਇੱਕ ਲੱਭਿਆ, ਕਿੱਡੀ ਵੱਡਾ ਧਨੁਸ਼ਧਾਰੀ ਬਣ ਗਿਆ। ਗੱਲ ਇਕਾਗਰਤਾ ਦੀ ਹੈ, ਬੰਦਗੀ ਇਕਾਗਰਤਾ ਵਾਸਤੇ ਆਉਂਦੀ ਹੈ। ਉਹ ਬੀਬੀ ਨੇ ਆਪਣੇ ਪਤੀ ਨੂੰ ਪਰਮੇਸ਼ਰ ਮੰਨਿਆ, ਭਾਵ ਇਕਾਗਰਤਾ ਆ ਗਈ ਇੱਕ ਥਾਂ। ਉਸ ਇਕਾਗਰਤਾ ਦਾ ਨਤੀਜਾ ਐਸਾ ਨਿਕਲਿਆ, ਅਜਮਤਾਂ ਦੇ ਨਾਲ ਵੱਡੀ ਬਣ ਗਈ ਹੈ। ਰਿਤ ਮਹਿ ਧਿਆਨ ਗੁਰੂ ਕੋ ਭਾਰਤ, ਬਾਹਰ ਕਿਸ ਕੋ ਨਾਹਿ ਉਚਾਰਤ। ਆਪਣੇ ਹਿਰਦੇ ਵਿੱਚ ਹਮੇਸ਼ਾ ਗੁਰੂ ਦਾ ਧਿਆਨ ਧਰਦੀ ਹੈ, ਹੋਰ ਕੋਈ ਵੀ ਬਚਨ ਮੁਖ ਦੇ ਵਿੱਚੋਂ ਨਹੀਂ ਬੋਲਦੀ ਹੈ। ਤੇ ਸਿੱਖ ਨੇ ਗੁਰ ਸੇਵ ਬਤਾਈ, ਪਤ ਸੇਵਤ ਇਨ ਸ਼ਕਤੀ ਪਾਈ। ਉਸ ਇਸਤਰੀ ਦੇ ਪਤੀ ਨੇ, ਸਿੱਖ ਨੇ ਉਸ ਨੂੰ ਗੁਰੂ ਸੇਵਾ ਬਾਰੇ ਦੱਸਿਆ, ਭਾਵ ਉਹ ਜਿਹੜੀ ਇਸਤਰੀ ਹੈ ਵੀ ਗੁਰੂ ਸੇਵਾ ਦੀ ਕਿੱਡੀ ਵੱਡਾ ਫਲ ਹੈ, ਇਹ ਉਸ ਦੇ ਪਤੀ ਨੇ ਉਹਨੂੰ ਸਮਝਾਇਆ ਹੈ। ਨਿਜ ਇੱਛਾ ਬਾਮਨ ਭੀ ਐਸੇ, ਸਿਧਾ ਯੁਤ ਹੋਵਤ ਸਿਧ ਜੈਸੇ। ਇਸ ਕਰਕੇ ਇਹ ਇਸਤਰੀ ਸੇਵਾ ਕਰ ਕਰਕੇ ਇੱਡੀ ਅਜਮਤਾਂ ਦੀ ਮਾਲਕ ਬਣੀ, ਇਹ ਹੁਣ ਕਿਤੇ ਵੀ ਆ ਜਾ ਸਕਦੀ ਹੈ। ਆਏ ਪ੍ਰਾਤ ਕੋ ਸੇਵ ਕਮਾਵੈ, ਹੋਤ ਸੰਜ ਕਾਬਲ ਘਰ ਜਾਵੈ। ਇਸ ਕਰਕੇ ਇਹ ਸਵੇਰੇ ਇੱਥੇ ਆ ਜਾਂਦੀ ਹੈ ਸੇਵਾ ਕਰਨ, ਸ਼ਾਮੀ ਫਿਰ ਅੰਤਰ ਧਿਆਨ ਹੋ ਕੇ ਚਲੀ ਜਾਂਦੀ ਹੈ। ਸੁਤ ਕੋ ਪਲਣਾ ਪਰ ਟੋ ਪੁੰਡਾਵੈ, ਨਿਜ ਸ਼ਕਤੀ ਕਰ ਤਿਸੈ ਝੁਲਾਵੈ। ਉਹਦੇ ਕੋਲ ਇੱਕ ਬੀਬੀ ਕੋਲ ਛੋਟਾ ਬੱਚਾ ਵੀ ਹੈ। ਮਹਾਰਾਜ ਕਹਿੰਦੇ ਉਹਨੂੰ ਉੱਥੇ ਹੀ ਸਵਾ ਆਉਂਦੀ ਹੈ, ਇੱਥੇ ਰਹਿ ਕੇ ਵੀ ਉਸ ਦੇ ਪੰਗੂੜੇ ਨੂੰ ਅੰਤਰ ਧਿਆਨ ਹੋ ਕੇ ਹਿਲਾਉਂਦੀ ਰਹਿੰਦੀ ਹੈ। ਕਾਬਲ ਤੇ ਜਬ ਚਲਵੇ ਲਾਗੈ,
ਪਲਣੇ ਪਰ ਨਿਜ ਸੁਤ ਕੋ ਤਿਆਗਹਿ। ਕਾਬਲ ਤੋਂ ਜਦੋਂ ਚੱਲਣ ਲੱਗਦੀ ਹੈ ਆਪਣੇ ਪੁੱਤਰ ਨੂੰ ਪਾਲਣੇ ਵਿੱਚ ਪਾ ਦਿੰਦੀ। ਸਾਧ ਸੰਗਤ ਵੇਖੋ, ਇਹ ਤੇ ਮਨੁੱਖਾਂ ਦੀ ਗੱਲ ਹੈ। ਬਾਣੀ ਵਿੱਚ ਨਾ ਇੱਕ ਫਰਮਾਨ ਐਸਾ ਹੀ ਅੰਤਰ ਧਿਆਨ ਦਾ, ਗੁਰਬਾਣੀ ਵਿੱਚ ਇੱਕ ਫਰਮਾਨ ਕੁੰਜਾਂ ਦਾ ਆਉਂਦਾ ਹੈ। ਹੁਣ ਰਹਿਰਾਸ ਸਾਹਿਬ ਪੜ੍ਹੀ ਜਾਏਗੀ, ਉਹਦੇ ਵਿੱਚ ਆਏਗਾ ਸ਼ਬਦ ਊਡੇ ਊੜ ਆਵੈ ਸਹਿ ਕੋਸਾਂ, ਤਿਸ ਪਾਛੈ ਬਚਰੇ ਛਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਇਹਦਾ ਮਤਲਬ ਸਾਈਬੇਰੀਆ ਤੋਂ ਚੀਲਾਂ ਚੱਲ ਕੇ ਆਉਂਦੀਆਂ ਨੇ। ਕਈ ਵਾਰੀ ਜਿਹੜੇ ਸਾਡੇ ਦੇਸ਼ ਦੇ ਵਿੱਚ, ਸਾਡੇ ਦੇਸ਼ ਦੇ ਪੰਛੀ ਦੂਜਿਆਂ ਦੇਸ਼ਾਂ ਵਿੱਚ ਵੀ ਚਲੇ ਜਾਂਦੇ ਨੇ ਮੌਸਮ ਦੇ ਅਨੁਕੂਲ, ਦੂਜੇ ਦੇਸ਼ਾਂ ਦੇ ਪੰਛੀ ਸਾਡੇ ਇੱਥੇ ਵੀ ਆ ਜਾਂਦੇ ਨੇ। ਹੁਣ ਜਿਹੜੀਆਂ ਇੱਲਾਂ ਨੇ ਉਹ ਤੁਰ ਕੇ ਇੱਥੇ ਆਉਂਦੀਆਂ ਨੇ, ਸਾਈਬੇਰੀਆ ਦੂਜੇ ਦੇਸ਼ਾਂ ਚੋਂ ਕੂੰਜਾਂ ਚੱਲ ਕੇ ਆਉਂਦੀਆਂ ਨੇ। ਜਿਉਂ-ਜਿਉਂ ਇੱਥੇ ਆਉਂਦੀਆਂ ਨੇ, ਆ ਕੇ ਉਹਨਾਂ ਬੱਚੇ ਆਪਣੀਆਂ ਪਿੱਛੇ ਛੱਡ ਆਉਂਦੀਆਂ ਨੇ। ਜਿਵੇਂ ਜਿਵੇਂ ਉਹ ਇੱਥੇ ਆਪਣਾ ਚੋਗਾ ਚੁਗਦੀਆਂ ਨੇ, ਬੱਚੇ ਪਿੱਛੇ ਨੇ। ਪਰ ਬਾਣੀ ਕਹਿੰਦੀ ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਉਹ ਕਿਵੇਂ ਬੱਚੇ ਪਲਦੇ ਨੇ? ਉਹ ਜਿਹੜੀਆਂ ਕੁੰਜਾਂ ਨੇ ਉਹ ਇੱਥੇ ਉਹਨਾਂ ਦਾ ਧਿਆਨ ਧਰਦੀਆਂ ਨੇ ਆਪਣੇ ਮਨ ਵਿੱਚ, ਆਪਣੇ ਬੱਚਿਆਂ ਦਾ। ਉਹਨਾਂ ਦੇ ਧਿਆਨ ਨਾਲ ਹੀ ਉਹ ਬੱਚੇ ਪਲ ਜਾਂਦੇ ਨੇ। ਖਾਂਦੀਆਂ ਕੁਛ ਨਹੀਂ, ਬੱਚੇ ਖਾਂਦੇ ਕੁਛ ਨਹੀਂ, ਸਿਰਫ ਧਿਆਨ। ਇਹ ਗੁਰਬਾਣੀ ਦਾ ਫਰਮਾਨ ਹੈ। ਐਵੇਂ ਜਦੋਂ ਇੱਕ ਭਗਤ ਪਰਮੇਸ਼ਰ ਦੇ ਵਿੱਚ ਧਿਆਨ ਜੋੜ ਲੈਂਦਾ ਹੈ, ਉਹਦੇ ਧਿਆਨ ਦੀ ਏਡੀ ਵੱਡੀ ਪਾਵਰ ਬਣਦੀ ਹੈ, ਧਿਆਨ ਨਾਲ ਹੀ ਉਹਨੂੰ ਬਹੁਤ ਕੁਝ ਮਿਲ ਜਾਂਦਾ ਹੈ। ਇਸ ਕਰਕੇ ਜਦੋਂ ਮਨੁੱਖ ਦਾ ਧਿਆਨ ਗੁਰੂ ਦੇ ਵਿੱਚ ਜੁੜ ਜਾਂਦਾ ਹੈ, ਔਰ ਐਸੀ ਸ਼ਕਤੀ ਦੀ ਗਾਥਾ ਨਾ ਜਿਹੜੀ ਮਹਾਭਾਰਤ ਅਸੀਂ ਵੇਖ ਰਹੇ ਹਾਂ, ਇਹ ਮਹਾਭਾਰਤ ਧ੍ਰਿਤ ਰਾਸ਼ਟਰ ਨੂੰ ਸੰਜੈ ਹਸਤਿਨਾਪੁਰ ਬੈਠ ਕੇ ਸਾਰਾ ਕੁਝ ਦੱਸੀ ਜਾਂਦਾ ਇੱਥੋਂ ਦਾ। ਉਦੋਂ ਤੇ ਟੀਵੀ ਨਹੀਂ ਸਨ। ਐਸੀ ਪਾਵਰ ਅੰਤਰ ਧਿਆਨਤਾ ਦੀ ਉਦੋਂ ਵੀ ਸੀ। ਅੱਜ ਜਿੰਨੀਆਂ ਵੀ ਚੀਜ਼ਾਂ ਸਾਧ ਸੰਗਤ ਇਹ ਬਾਹਰ ਬਣੀਆਂ ਨੇ ਨਾ, ਇਹ ਮਨੁੱਖ ਦੇ ਅੰਦਰ ਨੂੰ ਵੇਖ ਕੇ ਬਣੀਆਂ ਨੇ, ਮਨ ਨੂੰ ਵੇਖ ਕੇ। ਸਾਰਾ ਕੁਝ ਜਿੰਨਾ ਕੁਝ ਵੀ ਬਾਹਰ ਬਣਿਆ, ਮਹਾਰਾਜ ਕਹਿੰਦੇ ਜੋ ਬ੍ਰਹਮੰਡੇ ਸੋਈ ਪਿੰਡੇ। ਜੋ ਬ੍ਰਹਮੰਡ ਵਿੱਚ ਆ ਉਹ ਸਾਡੇ ਵਿੱਚ ਵੀ ਹੈ। ਹੁਣ ਇਹ ਕੈਮਰੇ ਨੇ, ਕੈਮਰੇ ਅੱਜ ਦਾ ਰਿਕਾਰਡ ਕਰਨਗੇ, ਇਹਨੂੰ ਭਾਵੇਂ ਤੁਸੀਂ 3 ਦਿਨਾਂ ਬਾਅਦ ਵੇਖ ਲਓ ਰਿਕਾਰਡਿੰਗ ਨੂੰ। ਇਹ ਕੈਮਰਿਆਂ ਦੀ ਰਿਕਾਰਡਿੰਗ ਚੱਲੀ, ਮੈਮਰੀ ਚੱਲੀ। ਇੰਨੀ ਮੈਮਰੀ ਮਨੁੱਖ ਕੋਲ ਵੀ ਹੈ, ਉਹ ਪਿਛਲੇ ਜਨਮ ਨੂੰ ਵੀ ਵੇਖ ਲੈਂਦਾ ਹੈ। ਯਾਦ ਰੱਖਣਾ ਸਾਧ ਸੰਗਤ। ਪਰ ਗੱਲ ਇੰਨੀ ਹੈ, ਇੰਨਾ ਜਾਗਰਿਤ ਮਨ ਕਿਸੇ ਕਿਸੇ ਦਾ ਹੁੰਦਾ ਹੈ। ਅੱਜ ਦੇ ਸਮੇਂ 'ਚ ਵੀ, ਪਹਿਲਾਂ ਵੀ ਮਨੁੱਖ ਇੰਨੀ ਬੰਦਗੀ ਨਹੀਂ ਕਰਦਾ। ਗੁਰੂ ਤੇ ਕਹਿੰਦਾ ਤੂੰ ਵੇਖ ਸਕਦਾ ਹੈ। ਹੁਣ ਗੁਰੂ ਦੇ ਏਡੇ ਵੱਡੇ ਮਾਰਗ ਤੇ ਕੌਣ ਤੁਰੇ? ਤੁਰਦਾ ਹੀ ਕੋਈ ਨਹੀਂ। ਇਸ ਕਰਕੇ ਮਹਾਰਾਜ ਨੇ ਐਵੇਂ ਨਹੀਂ ਕਿਹਾ ਅਰਦਾਸ ਵਿੱਚ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਅਸਲ ਦੇ ਵਿੱਚ ਜਿਹੜਾ ਬੰਦਗੀ ਕਰਦਾ ਬੜੀ ਉੱਚੀ ਮਤ ਵਾਲਾ ਬਣ ਜਾਂਦਾ ਹੈ। ਬੰਦਗੀ ਕਰਨ ਵਾਲਿਆਂ ਦੀ ਮਤ ਦਾ ਥਾਂ ਹੀ ਨਹੀਂ ਪਾਇਆ ਜਾ ਸਕਦਾ। ਗੁਰੂ ਦੀ ਮਤ ਦਾ ਥਾਂ ਨਹੀਂ। ਤੇ ਜਿਹੜਾ ਬੰਦਗੀ ਕਰਦਾ ਉਹਦੀ ਕਿਹੜਾ ਥਾਂ ਲਾ ਸਕਦਾ ਹੈ? ਨਹੀਂ ਪਤਾ ਲੱਗਦਾ। ਬੰਦਗੀ ਕਰਨ ਵਾਲਾ ਬੜੀ ਅੱਗੇ ਦੀਆਂ ਗੱਲਾਂ ਕਰਦਾ ਹੈ। ਇਸ ਕਰਕੇ ਇਹ ਮੈਮਰੀ ਅੱਜ ਮਨੁੱਖ ਦੇ ਵਿੱਚ ਵੀ ਆ ਸਕਦੀ ਹੈ। ਮਨੁੱਖ ਆਪਣੇ ਪਿਛਲੇ ਜਨਮ ਵੇਖ ਸਕਦਾ ਹੈ, ਔਰ ਸਾਡੇ ਵਿੱਚ ਮੈਮਰੀ ਹੈਗੀ ਹੈ। ਆਪਾਂ ਅੱਜ ਇੱਥੇ ਬੈਠੇ ਹਾਂ, ਹੁਣ ਆਹ ਸਾਰਾ ਕੁਝ ਵੇਖ ਰਹੇ ਹਾਂ। ਜਿੰਨੇ ਲੋਕ ਇੱਥੇ ਬੈਠੇ ਨੇ ਸਾਰਿਆਂ ਨੂੰ ਅਸੀਂ ਕੈਚ ਕਰ ਲਿਆ ਆਪਣੀਆਂ ਅੱਖਾਂ 'ਚ। ਰਾਤ ਨੂੰ ਬੈੱਡ ਤੇ ਪੈ ਕੇ ਅਸੀਂ ਇਹ ਸਾਰਾ ਫਿਰ ਵੇਖ ਸਕਦੇ ਹਾਂ। ਇਹਦਾ ਮਤਲਬ ਸਾਡੇ ਅੰਦਰ ਫਿਲਮ ਬਣਦੀ ਹੈ। ਜਿੰਨਾ ਕੁਝ ਅਸੀਂ ਹੁਣ ਵੇਖਿਆ ਹੈ, ਇਹ ਰਾਤ ਨੂੰ ਬੈਠ ਕੇ ਬਿਨਾਂ ਕਿਸੇ ਬਿਜਲੀ ਤੋਂ, ਬਿਨਾਂ ਟੀਵੀ ਤੋਂ, ਅੱਖਾਂ ਬੰਦ ਕਰਕੇ ਅਸੀਂ ਫਿਰ ਵੇਖ ਸਕਦੇ ਹਾਂ ਕੌਣ ਕੌਣ ਇੱਥੇ ਬੈਠਾ ਸੀ। ਆਪਾਂ ਕਈ ਵਾਰ ਕਹਿੰਦੇ ਤੂੰ ਧਿਆਨ ਕਰ। ਇਹ ਧਿਆਨ, ਜਦੋਂ ਇਹੀ ਵਾਲਾ ਧਿਆਨ ਇੰਨਾ ਗਹਿਰਾ ਚਲਾ ਜਾਏ, ਮਨੁੱਖ ਨੂੰ ਪਿਛਲੇ ਜਨਮਾਂ ਦੀ ਵੀ ਸੋਝੀ ਆ ਜਾਂਦੀ ਹੈ। ਪਿਛਲੇ ਜਨਮਾਂ 'ਚ ਜੋ ਜੋ ਕੁਝ ਹੋਇਆ ਉਹ ਵੀ ਮਨੁੱਖ ਨੂੰ ਪਤਾ ਲੱਗ ਜਾਂਦਾ ਹੈ। ਬਾਪੀ ਕਾਰ ਕਰੈ ਤਿਸ ਜਾਣੈ, ਆਤ ਪਸਾਰ ਝੁਲਾਵਨ ਖਾਨੈ। ਇਸ ਕਰਕੇ ਇਹ ਬੀਬੀ ਬੌਲੀ ਦੀ ਕਾਰ ਵੀ ਕਰਦੀ ਹੈ, ਨਾਲ ਨਾਲ ਆਪਣੇ ਪੁੱਤਰ ਨੂੰ ਵੀ ਝੁਲਾ ਦਿੰਦੀ ਹੈ। ਕਰਤੀ ਕਾਰ ਪਸਾਰਹਿ ਕਰ ਕੋ, ਸ਼ਕਤ ਸਮੇਤ ਝੁਲਾਵਨ ਕਰ ਕੋ। ਕਾਰ ਸੇਵਾ ਕਰਦੀ ਕਰਦੀ ਹੱਥ ਜਿਹੜੇ ਇਹ ਫੈਲਾਉਂਦੀ ਹੈ, ਹੱਥ ਫੈਲਾਉਣ ਇਹ ਤਾਂ ਕਰਦੀ ਹੈ, ਇਹ ਆਪਣੇ ਬੱਚੇ ਨੂੰ ਝੁਲਾਉਂਦੀ ਰਹਿੰਦੀ ਹੈ।
ਇਸ ਤਲ ਤੇ ਨਿਜ ਪੁੱਤਰ ਲਡਾਵੈ ਸਹਿਤ ਪ੍ਰੇਮ ਕੇ ਕਾਰ ਕਮਾਵੈ। ਇਸ ਕਰਕੇ ਇੱਥੇ ਥਾਂ ਤੇ ਰਹਿ ਕੇ ਇਹ ਆਪਣੇ ਪੁੱਤਰ ਨੂੰ ਵੀ ਖਿਡਾਉਂਦੀ ਹੈ, ਨਾਲ ਨਾਲ ਸੇਵਾ ਵੀ ਕਰੀ ਜਾਂਦੀ ਹੈ। ਨਿਸ ਮੈਂ ਘਰ ਕੋ ਜਾਏ ਸੰਭਾਰੈ ਸੁਤ ਪਤ ਸੋ ਮਿਲ ਆਨੰਦ ਧਾਰੈ। ਇਸ ਕਰਕੇ ਇਹ ਰਾਤ ਨੂੰ ਆਪਣੇ ਘਰ ਚਲੀ ਜਾਂਦੀ ਹੈ, ਉੱਥੇ ਜਾ ਕੇ ਫਿਰ ਆਪਣੇ ਬੱਚੇ ਨੂੰ ਸੰਭਾਲਣਾ ਕਰਦੀ ਹੈ। ਪਤ ਬ੍ਰਤ ਸਾਮਨੈ ਧਰਮ ਔਰ ਤ੍ਰਿਐ ਜਿਸ ਤੇ ਮਹਾ ਸ਼ਕਤ ਧਾਰਤ ਹੀ ਹੈ। ਕਵੀ ਜੀ ਕਹਿੰਦੇ ਇਸਤਰੀ ਵਾਸਤੇ ਪਤੀ ਬ੍ਰਤਾ ਤੋਂ ਵੱਡਾ ਕੋਈ ਵੀ ਧਰਮ ਨਹੀਂ ਹੈ। ਪਤ ਬਰਤਾ ਪੂਰਬ ਭੀ ਦਾਰਾ ਜਿਨ ਕੀਨਸ 10 ਦਿਨ ਅੰਧਿਆਰਾ। ਇਸ ਕਰਕੇ ਇੱਕ ਬੀਬੀ ਵਾਸਤੇ ਪਤੀ ਦੇ ਪ੍ਰਤੀ ਔਰ ਇੱਕ ਪਤੀ ਵਾਸਤੇ ਇੱਕ ਬੀਬੀ ਦੇ ਪ੍ਰਤੀ ਆਪਣਾ ਧਰਮ ਨਿਭਾਉਣਾ ਸਾਧ ਸੰਗਤ ਇਹ ਬੜੀ ਵੱਡੀ ਭਗਤੀ ਹੈ, ਬਹੁਤ ਵੱਡਾ ਭਗਤੀ ਦਾ ਅੱਜ ਦੇ ਸਮੇਂ ਦੇ ਵਿੱਚ ਵੀ, ਅੱਜ ਦਾ ਨਹੀਂ, ਆਪਾਂ ਜੇ ਗੱਲ ਕਰੀਏ ਸਮਾਂ ਸ਼ੁਰੂ ਤੋਂ ਹੀ ਐਵੇਂ ਰਿਹਾ ਹੈ। ਐਸਾ ਮਤ ਸਮਝਣਾ ਅੱਜ ਤੋਂ 200 ਸਾਲ ਪਹਿਲਾਂ ਕਿਤੇ ਸਾਰੀ ਦੁਨੀਆ ਬ੍ਰਹਮ ਗਿਆਨੀ, ਆਪਾਂ ਕਹਿੰਦੇ ਨੇ ਅੱਜ ਸਮਾਂ ਮਾੜਾ ਹੋ ਗਿਆ, ਨਹੀਂ, ਸਮਾਂ ਸ਼ੁਰੂ ਤੋਂ ਹੀ ਮਾੜੇ ਤੇ ਚੰਗੇ ਲੋਕਾਂ ਦੀ ਸ੍ਰਿਸ਼ਟੀ ਰੱਬ ਨੇ ਬਣਾਈ ਹੈ। ਮਾੜਾ ਤੇ ਚੰਗਾ ਦੋ ਧਰਾਵਾਂ ਨੇ, ਇਹ ਸ਼ੁਰੂ ਤੋਂ ਹੀ ਤੁਰੀਆਂ ਨੇ। ਜੇ ਕਿਤੇ ਇੱਕ ਹੋ ਜਾਏ ਨਾ ਫਿਰ ਤੇ ਦੁਨੀਆ ਚੱਲਣੀ ਨਹੀਂ। ਇਹ ਉਹਦੀ ਖੇਡ ਹੈ, ਮਨੁੱਖ ਨੂੰ ਖਿਡਾਉਣਾ ਉਹਦੀ ਖੇਡ ਹੈ। ਚੰਗੇ ਤੇ ਮਾੜੇ ਉਹਨੇ ਬਣਾਏ ਨੇ। ਬਾਣੀ 'ਚ ਜਪਜੀ ਸਾਹਿਬ 'ਚ ਮਹਾਰਾਜ ਕਿਹਾ ਇੱਥੇ ਚੋਰ ਵੀ ਉਹੀ ਬਣਾਉਂਦਾ ਹੈ ਤੇ ਸਾਧ ਵੀ ਉਹੀ ਬਣਾਉਂਦਾ ਹੈ। ਇੱਥੇ ਜਪ ਵੀ ਉਹਦੇ ਹੁਕਮ 'ਚ ਹੋ ਰਿਹਾ ਹੈ, ਇੱਥੇ ਚੋਰੀਆਂ ਵੀ ਉਹਦੇ ਹੁਕਮ 'ਚ ਹੋ ਰਹੀਆਂ। ਅਸੰਖ ਜਪ ਅਸੰਖ ਪਾਓ, ਅਸੰਖ ਪੂਜਾ ਅਸੰਖ ਤਪ ਤਾਓ। ਅਗਲੀ ਪੰਕਤੀ ਅਸੰਖ ਮੂਰਖ ਅੰਧ ਘੋਰ, ਦੂਜੀ ਇਹ ਤੋਂ ਅਗਲੀ ਪੌੜੀ 'ਚ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਟ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪਖਾਏ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ। ਸਾਧ ਸੰਗਤ ਇਸ ਪੰਕਤੀ ਦੇ ਲਾਸਟ ਵਿੱਚ ਵੀ ਇਹੀ ਕਿਹਾ, ਜੋ ਤੁਧ ਭਾਵੈ ਸਾਈ ਭਲੀ ਕਾਰ। ਜਦੋਂ ਅਸੰਖ ਜਪ ਵਾਲਿਆਂ ਦੀ ਗੱਲ ਕੀਤੀ ਉਦੋਂ ਵੀ ਕੀ ਕਿਹਾ, ਜੋ ਤੁਧ ਭਾਵੈ ਸਾਈ ਭਲੀ। ਇਹ ਪਰਮਾਤਮਾ ਆਪਾਂ ਕਈ ਵਾਰੀ ਵੇਖਦੇ ਹਾਂ ਮਨੁੱਖ ਫੜ ਕੇ ਕਿਸੇ ਦੀਆਂ ਚੰਗਿਆਈਆਂ ਬੁਰਾਈਆਂ, ਚੰਗਿਆਈਆਂ ਤੇ ਕੌਣ ਵਿਚਾਰਦਾ, ਬੁਰਾਈਆਂ ਹੀ ਵਿਚਾਰਦਾ ਮਨੁੱਖ ਜ਼ਿਆਦਾ। ਪਰ ਗੁਰਬਾਣੀ ਕਹਿੰਦੀ ਤੂੰ ਨਾ ਵਿਚਾਰ ਕਿਸੇ ਦੀਆਂ ਚੰਗਿਆਈਆਂ ਬੁਰਾਈਆਂ, ਤੈਨੂੰ ਵਿਚਾਰਨ ਦੀ ਲੋੜ ਨਹੀਂ। ਇਹ ਵਿਚਾਰਨ ਵਾਸਤੇ ਰੱਬ ਆਪ ਵਿਚਾਰਿਆ, ਸਾਨੂੰ ਵਿਚਾਰਨ ਦੀ ਲੋੜ ਹੀ ਨਹੀਂ। ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ, ਸਾਨੂੰ ਲੋੜ ਨਹੀਂ ਹੈ ਵਚਨ ਦੀ। ਉਹ ਅੰਦਰ ਹੀ ਬੈਠਾ ਹਰੇਕ ਦੇ ਅੰਦਰ ਬੈਠਾ, ਉਹਦੀਆਂ ਬੁਰਾਈਆਂ ਚੰਗਿਆਈਆਂ ਵਾਚਦਾ ਹੈ। ਤਾਂ ਹੀ ਤੇ ਮਹਾਰਾਜ ਨੇ ਕਿਹਾ ਉਹ ਅੰਦਰ ਹੀ ਬੈਠਾ ਵਾਚਦਾ, ਤੈਨੂੰ ਵਾਚਣ ਦੀ ਲੋੜ ਨਹੀਂ। ਤੂੰ ਕਿਉਂ ਕਿਸੇ ਦਾ ਭਾਰ ਆਪਣੇ ਸਿਰ ਲੈਣਾ? ਜੋ ਬੁਰਾ ਕਰ ਰਿਹਾ ਹੈ ਕਿੰਨੇ ਕੁ ਦਿਨ ਕਰੇਗਾ? ਜਿਹੜਾ ਘੜਾ ਹੁੰਦਾ ਨਾ ਸਾਧ ਸੰਗਤ, ਜਦੋਂ ਭਰ ਜਾਂਦਾ ਆਪਣੇ ਆਪ ਹੀ ਟੁੱਟ ਜਾਂਦਾ, ਕਹਿਣ ਦੀ ਲੋੜ ਨਹੀਂ। ਇਹਨੂੰ ਤੇ ਸੰਤੋਖ ਕਹਿੰਦੇ ਨੇ। ਇਹੀ ਸੰਤੋਖ ਤੇ ਇੱਕ ਭਗਤ ਦੇ ਕੋਲ ਹੁੰਦਾ ਹੈ। ਇਹੀ ਤੇ ਧੀਰਜ ਇੱਕ ਭਗਤ ਦੇ ਕੋਲ ਹੁੰਦਾ। ਉਹ ਕਹਿੰਦਾ ਕੋਈ ਉਹਦੇ ਤੇ ਹਮਲੇ ਵੀ ਕਰਦਾ, ਉਹ ਕਹਿੰਦਾ ਕਹਿਣ ਦੀ ਲੋੜ ਨਹੀਂ, ਭਰੇਗਾ ਟੁੱਟ ਜਾਏਗਾ। ਜਿਸ ਦਿਨ ਭਰ ਜਾਂਦੇ ਨੇ, ਹੰਕਾਰ ਦਾ ਭਰਿਆ ਮਨੁੱਖ ਇੱਕ ਦਿਨ ਟੁੱਟ ਜਾਂਦਾ ਹੈ। ਜਿਸ ਦਿਨ ਲੋਭ ਚਰਮ ਸੀਮਾ ਤੇ ਪਹੁੰਚਦਾ, ਟੁੱਟ ਜਾਂਦੇ ਨੇ ਲੋਕ। ਮੈਂ ਤੇ ਸਵੇਰੇ ਵੀ ਬੇਨਤੀ ਕੀਤੀ ਸਾਧ ਸੰਗਤ, ਜਿਸ ਦਿਨ ਹੰਕਾਰ ਸੀਮਾ ਤੋਂ ਵੱਧਦਾ ਹੈ ਫਿਰ ਰੱਬ ਨੂੰ ਮਾਰਨਾ ਪੈਂਦਾ। ਉਹ ਬੰਦਾ ਆਪਣੇ ਆਪ ਨਹੀਂ ਹੋ ਜਾਂਦਾ। ਫਿਰ ਬਾਣੀ ਮਹਾਰਾਜ ਕਹਿੰਦੇ ਅਹੰਕਾਰੀਆਂ ਨਿੰਦਕਾਂ ਪਿੱਠ ਦੇ। ਰੱਬ ਦਿੰਦਾ ਹੰਕਾਰੀਆਂ ਨੂੰ ਤੇ ਨਿੰਦਕਾਂ ਨੂੰ, ਉਹਨੂੰ ਦੇਣੀ ਪੈਂਦੀ ਹੈ। ਇਸ ਕਰਕੇ ਮਹਾਰਾਜ ਇੱਥੇ ਗੱਲ ਕਰ ਰਹੇ ਹਨ, ਜਿਹੜਾ ਮਨੁੱਖ ਕਹਿੰਦੇ ਅੱਜ ਤੋਂ ਪਹਿਲਾਂ ਵੀ ਜੇ ਕੋਈ ਮਨੁੱਖ ਆਪਣੇ ਧਰਮ ਦੇ ਵਿੱਚ ਪੱਕਾ ਹੈ, ਭਾਵ ਆਪਣੇ ਗ੍ਰਸਥ ਧਰਮ ਦੇ ਵਿੱਚ ਪੱਕਾ ਹੈ, ਉਹ ਵੈਸੇ ਬੜੀ ਅਜ਼ਮਤ ਦਾ ਮਾਲਕ ਬਣ ਜਾਂਦਾ ਹੈ। ਹੁਣ ਮਹਾਰਾਜ ਕਹਿਣ ਲੱਗੇ ਪਹਿਲਾਂ ਵੀ ਇੱਕ ਇਸਤਰੀ ਐਸੀ ਹੋਈ ਹੈ ਜਿਹੜੀ ਬੜੀ ਵੱਡੀ ਪ੍ਰਤੀਵਰਤਾ ਸੀ, ਜਿਹਨੇ ਇੱਕ ਰਿਸ਼ੀ ਨੂੰ ਕਹਿ ਦਿੱਤਾ ਸੀ ਮੈਂ ਧਰਤੀ ਤੇ 10 ਦਿਨਾਂ ਤਾਈਂ ਅੰਧੇਰਾ ਹੀ ਕਰ ਦੇਵਾਂਗੀ।
ਸੂਰਜ ਉਦੈ ਹੋਣ ਨਾ ਦਇਓ, ਸ਼ਕਤ ਮਹਾਬਲ ਏਤਕ ਥਇਓ। ਇੱਕ ਇਸਤਰੀ ਪਹਿਲਾਂ ਵੀ ਕਹਿੰਦੇ ਇਤਿਹਾਸ ਵਿੱਚ ਹੋਈ ਹੈ, ਜਿਹਦੇ ਵਿੱਚ ਏਡੀ ਸ਼ਕਤੀ ਸੀ, ਉਹਨੇ 10 ਤਈ ਸੂਰਜ ਦਾ ਜਿਹੜਾ ਚਾਨਣਾ ਸੀ ਉਹ ਧਰਤੀ ਤੇ ਨਹੀਂ ਸੀ ਆਉਣ ਦਿੱਤਾ। ਸੁਣ ਸੰਗਤ ਨੇ ਬੂਝੀ ਕਥਾ, ਸ੍ਰੀ ਗੁਰ ਭਨੋ ਪ੍ਰਥਮ ਭਈ ਜਥਾ। ਸਾਰੀ ਸੰਗਤ ਕਹਿੰਦੀ ਹੈ ਗੁਰੂ ਜੀ ਫਿਰ ਸਾਨੂੰ ਦੱਸਣਾ ਕਰੋ ਐਸੀ ਕਿਹੜੀ ਇਸਤਰੀ ਸੀ, ਅਸੀਂ ਵੀ ਉਹਦੇ ਬਾਰੇ ਸੁਣਨਾ ਚਾਹੁੰਦੇ ਹਾਂ। ਸੁਣ ਸ੍ਰੀ ਅਮਰਦਾਸ ਤਬ ਕਹਿਓ, ਇੱਕ ਮਨ ਮਾਂਡਵ ਤਪ ਕਰ ਰਹਿਓ। ਮਹਾਰਾਜ ਜੀ ਕਹਿੰਦੇ ਨੇ ਭਾਈ ਇੱਕ ਵਾਰੀ ਇੱਕ ਮਾਂਡਵ ਰਿਸ਼ੀ ਸੀ, ਉਹ ਬੈਠਾ ਹੋਇਆ ਤਪ ਕਰ ਰਿਹਾ ਸੀ। ਤਸਕਰ ਨ੍ਰਿਪ ਕੀ ਕਰੀ ਸਤੇਈ, ਚਲੇ ਜਾਤ ਰਿਖ ਦੇਖੈ ਤੇਈ। ਕਹਿੰਦੇ ਚੋਰਾਂ ਨੇ ਇੱਕ ਵਾਰੀ ਚੋਰਾਂ ਨੇ ਮਿਲ ਕੇ ਰਾਜੇ ਦੇ ਮਹਿਲ ਵਿੱਚ ਚੋਰੀ ਕਰ ਲਈ। ਹੁਣ ਉਹ ਚੋਰੀ ਦਾ ਸਮਾਨ ਲੈ ਕੇ ਤੁਰੇ ਜਾ ਰਹੇ ਸਨ। ਏਕ ਹਾਰ ਬਹੁ ਮੋਲ ਹੁਤੋ ਜੇ, ਰਿਖ ਕੋ ਜਾਨ ਅਰਪ ਦੀਨਸ ਤੇ। ਉਹਨਾਂ ਨੇ ਕੀ ਕੀਤਾ, ਚੋਰ ਲੈ ਕੇ ਜਾ ਰਹੇ ਸਨ, ਉਹ ਰਿਸ਼ੀ ਆਪਣੇ ਤਪ ਵਿੱਚ ਲੱਗਿਆ ਸੀ। ਚੋਰ ਸੋਚਦੇ ਨੇ ਚਲੋ ਚੋਰੀ ਦਾ ਮਾਲ ਹੈ, ਦਸਵੰਧ ਕੱਢ ਦਈਏ, ਆ ਰਿਸ਼ੀ ਬੈਠਾ ਹੈ, ਇੱਕ ਹਾਰੇ ਦੇ ਅੱਗੇ ਰੱਖ ਦਿੰਦੇ ਆ। ਹੁਣ ਉਹਦੀਆਂ ਅੱਖਾਂ ਬੰਦ ਨੇ, ਉਹ ਭਗਤੀ 'ਚ ਲੀਨ ਹੈ। ਚੋਰਾਂ ਨੇ ਆਪਣੇ ਵੱਲੋਂ ਪਰਉਪਕਾਰ ਕਰਦਿਆਂ ਇੱਕ ਹਾਰ ਰਿਸ਼ੀ ਦੇ ਅੱਗੇ ਰੱਖ ਦਿੱਤਾ ਹੈ। ਤਸਕਰ ਗਏ ਆਪਣੇ ਸਦਨ, ਬੈਠਿਓ ਮੁਨੀ ਸਮਾਧ ਹੈ ਮਗਨ। ਚੋਰ ਤੇ ਆਪਣੇ ਘਰ ਚਲੇ ਗਏ, ਪਰ ਜਿਹੜਾ ਮੁਨੀ ਹੈ ਉਹ ਆਪਣੀ ਸਮਾਧ ਵਿੱਚ ਹੀ ਬੈਠਾ ਹੈ। ਇਤਨੇ ਮਹਿ ਨ੍ਰਿਪ ਕੇ ਭਟ ਆਏ, ਦੇਖ ਹਾਰ ਮਨ ਗਇਓ ਉਠਾਏ। ਇੰਨੇ ਵਿੱਚ ਰਾਜੇ ਦੇ ਜਿਹੜੇ ਸਿਪਾਹੀ ਨੇ ਉਹ ਆ ਗਏ। ਉਹਨਾਂ ਨੇ ਵੇਖਿਆ ਵੀ ਹਾਰ ਤੇ ਇਹਦੇ ਅੱਗੇ ਪਿਆ ਇੱਕ, ਉਹਨਾਂ ਨੇ ਫੜ ਕੇ ਰਿਸ਼ੀ ਨੂੰ ਉਠਾ ਲਿਆ ਹੈ। ਕਹਿ ਬਹੁ ਰਹਿਓ ਨਾ ਮਾਨੀ ਕਾਹੂ, ਤਸਕਰ ਲਖ ਸੂਲੀ ਦੇ ਤਾਹੂ। ਮੁਨੀ ਬੜਾ ਕਹਿੰਦਾ ਰਿਹਾ ਭਾਈ ਮੈਂ ਚੋਰੀ ਨਹੀਂ ਕੀਤੀ, ਪਰ ਕੌਣ ਮੰਨੇ ਉਹਨਾਂ ਦੀ ਗੱਲ। ਉਹਨਾਂ ਚੱਕ ਕੇ ਉਹਨੂੰ ਸੂਲੀ ਤੇ ਲਟਕਾ ਦਿੱਤਾ ਹੈ। ਤਪ ਕੇ ਬਲ ਕਰ ਮਰਿਓ ਨਾ ਸੋਊ, ਧਰਮ ਰਾਏ ਸੋ ਕ੍ਰੋਧਤ ਹੋਊ। ਤਪ ਦੇ ਬਲ ਕਰਕੇ ਉਹਦੇ ਇੰਨੀ ਸ਼ਕਤੀ ਸੀ, ਕਿਉਂਕਿ ਜਿਹੜੇ ਧਰਤੀ ਦੇ ਉੱਤੇ ਤਪ ਕਰ ਲੈਂਦੇ ਨੇ ਉਹਨਾਂ ਨੂੰ ਮਾਰਨ ਵਾਲਾ ਕੋਈ ਨਹੀਂ। ਗੁਰਮੁਖ ਆਏ ਜਾਏ ਨਿਸੰਗ ਆਪਣੀ ਮਰਜ਼ੀ ਨਾਲ ਸਰੀਰ ਲੈ ਕੇ ਆਉਂਦੇ ਨੇ। ਧੰਨ 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 ਜਨ ਆਇਆ, ਜੇ ਪ੍ਰਸਾਦ ਸਗਲ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੇ ਨਾ ਹੋ। ਜਿਹੜੇ ਬੰਦਗੀ ਕਰਦੇ ਨੇ ਉਹਨਾਂ ਨੂੰ ਮਾਰਨ ਵਾਲਾ ਕੋਈ ਨਹੀਂ ਹੁੰਦਾ। ਸਾਧ ਸੰਗਤ ਆਪਣੀ ਮਰਜ਼ੀ ਨਾਲ ਹੀ ਉਹਨਾਂ ਨੇ ਅਵਤਾਰ ਧਾਰਿਆ ਹੁੰਦਾ ਹੈ, ਔਰ ਆਪਣੀ ਮਰਜ਼ੀ ਨਾਲ ਹੀ ਦੁਨੀਆ ਤੋਂ ਜਾਂਦੇ ਹਨ। ਇਹੋ ਅਨਿਆਏ ਕਰਿਓ ਮਤ ਮੰਦ, ਤੁਝ ਕੋ ਦੇਹੋ ਸਰਾਪ ਬਿਲੰਦ। ਧਰਮਰਾਜ ਨੂੰ ਕਹਿਣ ਲੱਗਿਆ ਤੂੰ ਇਹ ਅਨਿਆਂ ਕੀਤਾ ਹੈ, ਮੈਂ ਬੰਦਗੀ ਕੀਤੀ, ਤੂੰ ਮੈਨੂੰ ਕਿਵੇਂ ਮਾਰਿਆ? ਅਨਿਆਂ ਦੇ ਵਿੱਚ ਮਾਰਿਆ, ਮੇਰਾ ਤੇ ਕਸੂਰ ਕੋਈ ਨਹੀਂ ਸੀ। ਮੈਨੂੰ ਅਨਿਆਂ ਦੀ ਮੌਤ ਜੇ ਤੂੰ ਮਾਰਿਆ ਮੈਂ ਤੈਨੂੰ ਇਸ ਕਰਕੇ ਹੁਣ ਸ਼ਰਾਪ ਦੇ ਦਿਆਂਗਾ। ਸਗਰੀ ਆਰਬਲਾ ਤਪ ਤਾਇਓ, ਬਿਨ ਅਗ ਸੂਲੀ ਮੋਹੇ ਚੜਾਇਓ। ਕਹਿੰਦੇ ਮੈਂ ਤੈਨੂੰ ਵੱਡਾ ਸ਼ਰਾਪ ਦੇਵਾਂਗਾ ਤੇ ਸਾਰੀ ਉਮਰ ਮੈਂ ਤਪ ਕੀਤਾ ਹੈ, ਬਿਨਾ ਪਾਪ ਦੇ ਤੂੰ ਮੈਨੂੰ ਸੂਲੀ ਤੇ ਲਟਕਾਈ। ਮੈਨੂੰ ਕਹਿੰਦੇ ਨੇ ਵੀ ਗੁਰਮਤ ਦੇ ਵਿੱਚ ਸ਼ਰਾਪ ਨਹੀਂ ਹੁੰਦਾ। ਸਹੀ ਗੱਲ ਹੈ, ਸ਼ਰਾਪ ਨਹੀਂ ਹੁੰਦਾ, ਪਰ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ ਸਾਧੂ ਬੋਲੇ ਸਹਿ ਸਵਾਏ। ਉਹ ਇੰਟੈਂਸ਼ਨ ਨਾਲ ਨਹੀਂ ਸ਼ਰਾਪ ਦਿੰਦਾ ਕੋਈ ਉਹ ਤੇ ਗੱਲ ਸਹਿ ਸਵਾਏ ਬੋਲ ਦਿੰਦਾ। ਉਹਦਾ ਹਿਰਦਾ ਨਿਰਮਲ ਹੁੰਦਾ, ਸਾਧ ਦਾ ਹਿਰਦਾ ਤੇ ਨਿਰਮਲ ਹੈ, ਪਰ ਰਸਨਾ ਤੇ ਰੱਬ ਹੈ। ਗੱਲ ਇੰਨੀ ਹੈ, ਹਿਰਦਾ ਨਿਰਮਲ ਹੈ, ਰਸਨਾ ਤੇ ਦਿਮਾਗ ਨਾਲ ਨਹੀਂ, ਕਿਸੇ ਨਾਲ ਵੈਰ ਵਿਰੋਧ ਕਰਕੇ ਨਹੀਂ। ਉਹ ਸਹਿ ਸਵਾਈ ਬੋਲਦਾ, ਕਿਉਂਕਿ ਉਹਦੇ ਵਾਸਤੇ ਪਾਪ ਤੇ ਪੁੰਨ ਬਰਾਬਰ ਨੇ, ਜਨਮ ਤੇ ਮਰਨ ਬਰਾਬਰ ਹੈ। ਉਹਦੇ ਵਾਸਤੇ ਦੁੱਖ ਤੇ ਸੁੱਖ ਬਰਾਬਰ ਨੇ। ਉਹਨੂੰ ਉਹ ਨਹੀਂ ਹਿਸਾਬ ਲਾਉਂਦਾ ਵੀ ਇਹ ਨਾਲ ਦੁੱਖ ਹੈ ਕਿ ਸੁੱਖ ਹੈ, ਇਹਨਾਂ ਭਾਵਾਂ ਤੋਂ ਉੱਤੇ ਹੁੰਦਾ ਉਹ। ਇਸ ਕਰਕੇ ਜਿਹੜਾ ਆ ਸ਼ਰਾਪ ਹੈ ਇਹ ਸ਼ਰਾਪ ਨਹੀਂ ਹੁੰਦਾ। ਜਿਹੜਾ ਵੀ ਮਨੁੱਖ, ਕਈ ਹੁਣ ਐਸੇ ਵੀ ਹੋਏ ਨੇ ਜਿਨ੍ਹਾਂ ਨੂੰ ਤਪ ਦਾ ਹੰਕਾਰ ਆ ਗਿਆ, ਉਹਨਾਂ ਨੂੰ ਪਤਾ ਹੈ ਉਹਨਾਂ ਦੀ, ਹੁਣ ਇਹ ਹੰਕਾਰ ਦੇ ਨਾਲ ਸ਼ਰਾਪ ਦੇਣਾ ਚਾਹੁੰਦਾ ਹੈ। ਜਮ ਤਬ ਆਏ ਮੁਨੀ ਸੋ ਕਹਿਓ, ਪੂਰਬ ਕਰਮ ਕੇਰ ਫਲ ਲਹਿਓ। ਧਰਮ ਰਾਏ ਕਹਿੰਦਾ ਮੁਨੀ ਜੀ
ਇਹ ਤੇਰੇ ਪਿਛਲੇ ਕਰਮਾਂ ਦਾ ਹੀ ਫਲ ਹੈ। ਆਰਬਲਾ ਬਾਲਕ ਮਹਿ ਧਰੀ ਸੂਲ ਸੰਗ ਭ੍ਰਿੰਡ ਬੇਦਨ ਕਰੀ। ਕਹਿੰਦੇ ਤੂੰ ਐਸਾ ਕੰਮ ਕੀਤਾ ਸੀ ਛੋਟੀ ਉਮਰ ਵਿੱਚ, ਤੂੰ ਛੋਟੇ ਜਿਹੇ ਭ੍ਰਿੰਡ ਨੂੰ, ਟਿੱਡੇ ਨੂੰ ਸੂਲਾਂ ਦੇ ਨਾਲ ਵਿੰਨ ਦਿੱਤਾ ਸੀ। ਤਿਸ ਤੇ ਸੂਲੀ ਤੋਕੋ ਹੋਈ ਸੁਣ ਮਨ ਬੋਲਿਓ ਨਿਆਏ ਨਾ ਕੋਈ। ਉਹ ਸੁਣ ਕੇ ਬੋਲਿਆ, ਕਹਿੰਦੇ ਇਸ ਕਰਕੇ ਤੈਨੂੰ ਸੂਲੀ ਤੇ ਲਟਕਾਇਆ ਹੈ। ਕਹਿੰਦੇ ਇਹ ਤੇ ਕੋਈ ਨਿਆਂ ਨਾ ਹੋਇਆ, ਇਹ ਕੋਈ ਨਿਆਂ ਵਾਲੀ ਗੱਲ ਨਹੀਂ ਹੈ। ਬਾਲਕ ਬਦ ਸੁਧ ਬਿਨ ਜਬ ਕਰਹਿ ਕਰਹਿ ਕਰਮ ਕਿਮ ਤੇ ਫਲ ਲਹਿ। ਕਹਿੰਦਾ ਬਾਲਕ ਬੁੱਧੀ 'ਚ ਕਿਹੜਾ ਸੁੱਧ ਹੁੰਦੀ ਹੈ, ਉਹ ਤੋਂ ਪਤਾ ਹੀ ਨਹੀਂ ਚੰਗਾ ਮਾੜਾ ਕੀ ਹੈ, ਫਿਰ ਉਹਦਾ ਫਲ ਮੈਨੂੰ ਕਿਵੇਂ ਮਿਲ ਸਕਦਾ ਹੈ। ਕਰੋ ਮਿਰ ਜਾਦ ਆਜ ਤੇ ਐਸੀ ਧਰਮ ਰਾਏ ਮੈਂ ਭਾਖੋ ਜੈਸੀ। ਮਾਂਡਵ ਰਿਸ਼ੀ ਕਹਿੰਦਾ ਹੈ, ਹੇ ਧਰਮ ਰਾਏ ਅੱਜ ਤੋਂ ਤੂੰ ਐਸੀ ਮਰਿਆਦਾ ਕਰ ਵੀ ਕੋਈ ਵੀ ਜਿਹੜਾ ਬਾਲਕਪਨ ਦੇ ਵਿੱਚ ਕੀਤਾ ਹੋਇਆ ਅਪਰਾਧ ਮਨੁੱਖ ਨੂੰ ਲਾਗੂ ਨਹੀਂ ਹੋਣਾ ਚਾਹੀਦਾ ਹੈ। ਬਾਲਕ ਬੈ ਹੋਏ ਨਾ ਸੁਧ ਮਾਹੀ ਕਰਹਿ ਕਰਮ ਫਲ ਪਾਏ ਸੋ ਨਾਹੀ। ਬਾਲਕ ਉਮਰ ਦੇ ਵਿੱਚ ਕੁਝ ਨਹੀਂ ਪਤਾ ਹੁੰਦਾ, ਪਹਿਲੇ ਪੈਰੇ ਰਹਿਣ ਕੇ ਵਣਜਾਰਿਆਂ ਮਿੱਤਰਾ ਬਾਲਕ ਬੁੱਧ ਅਚੇਤ ਹੁੰਦਾ ਮਨੁੱਖ। ਇਸ ਕਰਕੇ ਬਾਲਕ ਬੁੱਧੀ ਇੱਕ ਵਾਰ ਸਾਧ ਸੰਗਤ ਵੈਸੇ ਪਰਮਾਤਮਾ ਦਾ ਪਾਇਓ ਰੇ ਸੁਖ ਬਾਲ ਬੁੱਧ ਗੁਰੂ ਅਰਜਨ ਸਾਹਿਬ ਜੀ, ਇੱਕ ਬ੍ਰਹਮ ਗਿਆਨੀ ਦੀ ਤੇ ਇੱਕ ਆਮ ਕਰਕੇ ਜਿਹੜਾ ਬ੍ਰਹਮ ਗਿਆਨੀ ਹੈ ਤੇ ਬਾਲਕ ਹੈ, ਅਵਸਥਾ ਉਹਦੀ ਬਰਾਬਰ ਹੈ, ਪਰ ਜਿਹੜੀ ਉਹਨਾਂ ਦੇ ਅੰਦਰ ਚੇਤਨ ਸੱਤਾ ਹੈ ਉਹ ਬਰਾਬਰ ਨਹੀਂ ਹੈ। ਬਾਲਕ ਦਾ ਸੁਭਾਅ ਔਰ ਇੱਕ ਪਰਮਾਤਮਾ ਦਾ ਸੁਭਾਅ ਬਰਾਬਰ ਹੈ, ਅਵਸਥਾ ਬਰਾਬਰ ਹੈ, ਉਹਨੂੰ ਵੀ ਦੁੱਖ ਸੁੱਖ ਨਹੀਂ ਹੈ, ਪਰ ਬਾਲਕ ਨੂੰ ਸਮਝ ਨਹੀਂ ਹੈ, ਬ੍ਰਹਮ ਗਿਆਨੀ ਨੂੰ ਸਮਝ ਹੈ ਸਾਰੀ, ਇੰਨਾ ਫਰਕ ਹੈ ਬਸ। ਅਵਸਥਾ ਮਿਲਦਾ ਪਰਮਾਤਮਾ ਇਸੇ ਸੁਭਾਅ 'ਚ ਹੀ ਹੈ ਬਾਲਕ, ਨਾ ਇੱਜ਼ਤ ਨਾ ਬੇਇੱਜ਼ਤੀ, ਨਾ ਦੁੱਖ ਨਾ ਸੁੱਖ, ਨਾ ਰੋਟੀ ਦੀ ਚਿੰਤਾ, ਨਾ ਅਗਲੀ ਚਿੰਤਾ, ਨਾ ਪਿਛਲੀ ਚਿੰਤਾ, ਮਿਲਦਾ ਇਸੇ ਅਵਸਥਾ 'ਚ ਹੈ। ਪਰ ਜਿਹੜੀ ਅੰਦਰ ਚੇਤਨਤਾ ਹੈ ਉਹ ਬਾਲਕ ਦੇ ਵਿੱਚ ਨਹੀਂ ਹੁੰਦੀ ਹੈ। ਮਨ ਮਾਂਡਵ ਸੂਲੀ ਪਰ ਰਹਿਓ ਇੱਕ ਪਤ ਬ੍ਰਤਾ ਕਾਹੇ ਨਾ ਲਹਿਓ। ਉਹ ਜਿਹੜਾ ਮਾਂਡਵ ਮੁਨੀ ਸੀ ਉਹ ਸੂਲੀ ਤੇ ਲਟਕਾ ਰਿਹਾ, ਇੰਨੀ ਦੇਰ ਜਿਵੇਂ ਇੱਕ ਪਤੀ ਬ੍ਰਤਾ ਇਸਤਰੀ ਉੱਥੋਂ ਲੰਘਣ ਲੱਗੀ ਹੈ। ਪਿੰਗਲ ਪਤੀ ਕੋ ਸੀਸ ਉਠਾਏ ਚਲਤਿਓ ਸੂਲੀ ਸੰਗ ਲਗਾਏ। ਰਾਤ ਨੂੰ ਅੰਧੇਰਾ ਸੀ, ਉਹ ਬੀਬੀ ਨੇ ਆਪਣੇ ਪਿੰਗਲੇ ਪਤੀ ਨੂੰ ਸਿਰ ਤੇ ਚੱਕਿਆ ਹੋਇਆ ਸੀ, ਚਲਦਿਆਂ ਚਲਦਿਆਂ ਉਹਨੇ ਸੂਲੀ ਨੂੰ ਨਹੀਂ ਵੇਖਿਆ ਹੈ। ਪੁੱਤੋ ਤਿਮਰ ਨਾ ਦੇਖਿਓ ਗਇਓ ਹਲ ਕਰ ਮੁਨੀ ਦੁਖਿਓ ਰਿਸ ਭਇਓ। ਉਹ ਜਿਵੇਂ ਹਨੇਰੇ ਵਿੱਚ ਤੁਰਨ ਲੱਗੀ ਉਹਨੂੰ ਵਿਖਿਆ ਨਾ, ਉਹਦਾ ਪਤੀ ਟੋਕਰੀ ਸਮੇਤ ਉਹਦੇ ਵਿੱਚ ਵੱਜਾ। ਮੁਨੀ ਨੂੰ ਹੁਣ ਜਦੋਂ ਹੀ ਸੂਲੀ ਹਿੱਲੀ ਉਹਨੂੰ ਨਾਲੋਂ ਨਾਲ ਦੁੱਖ ਹੋਇਆ ਹੈ। ਦਿਸੋ ਦਿਓ ਸਰਾਪ ਰਵ ਉਦਿਤ ਸਾਥ ਮਰੈ ਉਠਾਇਓ ਜੋ ਨਿਜ ਨਾਥ। ਕਹਿੰਦੇ ਨੇ ਰਿਸ਼ੀ ਨੇ ਫਿਰ ਉਹਨੂੰ ਸਰਾਪ ਦਿੱਤਾ, ਕਹਿੰਦੇ ਸਵੇਰ ਚੜ੍ਹਨ ਤੋਂ ਪਹਿਲਾਂ ਪਹਿਲਾਂ ਜਿਵੇਂ ਸਵੇਰ ਦਾ ਚਾਨਣ ਹੋਏਗਾ ਤੇਰਾ ਪਤੀ ਇਹ ਮਰ ਜਾਏਗਾ। ਸੁਣ ਪਤ ਬ੍ਰਤਾ ਬਹੁਤ ਦੁੱਖ ਪਾਵਾ ਬਿਨ ਜਾਣੇ ਮੈਂ ਤੋਹੇ ਛੁਆਵਾ। ਉਹ ਪਤੀ ਬ੍ਰਤਾ ਇਸਤਰੀ ਕਹਿਣ ਲੱਗੀ ਮੁਨੀ ਜੀ ਮੈਂ ਕੋਈ ਜਾਣ ਕੇ ਨਹੀਂ ਤੁਹਾਨੂੰ ਛੁਆਇਆ, ਇਹ ਤੇ ਮੈਂ ਇੱਥੋਂ ਨਿਕਲ ਰਹੀ ਸੀ, ਨਿਕਲਦਿਆਂ ਨਿਕਲਦਿਆਂ ਹੀ ਤੁਹਾਨੂੰ ਲੱਗ ਗਿਆ ਹੈ। ਹੋਏ ਪ੍ਰਾਤ ਪਤ ਮਮ ਮਰ ਜਾਏ ਜਾਂਦੇ ਨਹਿ ਸੂਰਜ ਨਿਕਸਾਏ। ਤੁਸੀਂ ਕਹਿੰਦੇ ਹੋ ਸਵੇਰ ਹੁੰਦਿਆਂ ਮੇਰਾ ਪਤੀ ਮਰ ਜਾਏਗਾ, ਯਾਦ ਰੱਖਣਾ ਹੁਣ ਸੂਰਜ ਹੀ ਸਵੇਰੇ ਚਾਨਣਾ ਹੀ ਨਹੀਂ ਕਰੇਗਾ। ਸੋ ਸਾਧ ਸੰਗਤ ਇੱਥੋਂ ਤਾਈਂ ਦੀ ਕਥਾ ਆਪਾਂ ਸ਼ਰਵਣ ਕਰਾਂਗੇ। ਹੁਣ ਕੱਲ ਅਤੇ ਪਰਸੋਂ 17 ਅਤੇ 18 ਤਰੀਕ 2 ਦਿਨ ਸ਼ਾਮ ਦੀ ਕਥਾ ਨਹੀਂ ਹੋਏਗੀ, ਕਿਉਂਕਿ ਪੰਚਵੀਂ ਦੇ ਪਾਠ ਜਿਹੜੇ ਸਵੇਰ ਦੀ ਕਥਾ ਕੱਲ ਨੂੰ ਹੋਏਗੀ, ਸ਼ਾਮ ਦੀ ਨਹੀਂ ਹੋਏਗੀ। 17 ਤਰੀਕ ਨੂੰ ਔਰ 18 ਨੂੰ 19 ਤਰੀਕ ਨੂੰ ਜਿਹੜੀ ਹੁਣ ਸ਼ਾਮ ਦੀ ਕਥਾ ਹੋਏਗੀ, ਕਿਉਂਕਿ 2 ਦਿਨ ਪਾਠ ਸਾਹਿਬ ਰੱਖੇ ਜਾਣੇ ਨੇ। ਆਪ ਜੀ ਨੇ ਬੜੀ ਸ਼ਰਧਾ ਸਤਿਕਾਰ ਦੇ ਨਾਲ ਗੁਰਬਾਣੀ ਨੂੰ ਸ਼ਰਵਣ ਕਰਨਾ, ਗੁਰਬਾਣੀ ਨੂੰ ਸ਼ਰਵਣ ਕਰਕੇ ਕੁਝ ਪੰਕਤੀਆਂ ਆਪਣੀ ਜ਼ਿੰਦਗੀ ਵਿੱਚ ਉਤਾਰਨੀਆਂ, ਸਮਝਣਾ ਗੁਰੂ ਕਹਿਣਾ ਕੀ ਚਾਹੁੰਦਾ ਹੈ। ਸੋ 19 ਤਰੀਕ ਨੂੰ ਫਿਰ ਜਿਹੜਾ ਅੱਗੇ ਪ੍ਰਸੰਗ ਰਹਿ ਗਿਆ, ਕਿਵੇਂ ਉਹ ਬੀਬੀ ਨੇ ਰਿਸ਼ੀ ਦੇ ਸ਼ਰਾਪ ਨੂੰ ਟਾਲਿਆ, ਕਿਵੇਂ ਇੱਕ ਪਤੀ ਬ੍ਰਤਾ ਇਸਤਰੀ ਦੇ ਅੰਦਰ ਏਡੀ ਸ਼ਕਤੀ ਪੈਦਾ ਹੋ ਗਈ। ਔਰ ਇਹ ਬਹੁਤ ਵੱਡਾ ਬਾਣੀ 'ਚ ਵੀ ਕਿਹਾ, ਸਗਲ ਧਰਮ ਹੈ
ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਨਿਰਮਲ ਕਰਮ ਕਰਨ ਵਾਲੇ ਦੇ ਵਿੱਚ ਬਹੁਤ ਵੱਡੀ ਪਾਵਰ ਹੁੰਦੀ ਹੈ, ਬਹੁਤ ਵੱਡੀ ਸ਼ਕਤੀ ਆ ਜਾਂਦੀ ਹੈ। ਗੁਰੂ ਜੀ ਕਿਰਪਾ ਕਰਨ, ਆਪ ਸਭ ਨੂੰ ਦੇਹ ਅਰੋਗਤਾ ਦੀ ਦਾਤ, ਨਾਮ ਦੀ ਦਾਤ, ਗੁਰਬਾਣੀ ਗੁਰਸਿੱਖੀ ਦੀ ਦਾਤ ਬਖਸ਼ਣ। ਆਪ ਜੀ ਇਸੇ ਤਰੀਕੇ ਨਾਲ ਸਤ ਸੰਗਤ ਵਿੱਚ ਆ ਕੇ ਆਪਣੇ ਜੀਵਨ ਦੀਆਂ ਇਹ ਜੋ ਪ੍ਰਮਾਤਮਾ ਨੇ ਏਡਾ ਸੋਹਣਾ ਜੀਵਨ ਬਖਸ਼ਿਆ ਹੈ, ਇਹਦੇ ਨਾਲ ਨਾਲ ਕੰਮ ਕਾਰਜ ਕਰਦੇ ਹਾਂ, ਦੁਨਿਆਵੀ ਕਾਰਜ ਕਰਦੇ ਹਾਂ, ਆਪਣੀ ਜ਼ਿੰਦਗੀ ਦੇ ਅਮੋਲਕ ਘੜੀਆਂ ਨੂੰ ਸਫਲ ਕਰੀਏ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।